ਸੋਰਠ ਮਹਿਲਾ ਪਹਿਲਾ। ਦੋ ਤੁਕੇ ਪੁੜ ਧਰਤੀ ਪੁੜ ਪਾਣੀ ਆਸਣ, ਚਾਰ ਕੁੰਟ ਚੌਬਾਰਾ, ਸਗਲ ਭਵਨ ਕੀ ਮੂਰਤ ਏਕਾ, ਮੁਖ ਤੇਰੈ ਟਕਸਾਲਾ। ਪੁੜ ਧਰਤੀ ਪੁੜ ਪਾਣੀ ਆਸਣ, ਚਾਰ ਕੁੰਟ ਚੌਬਾਰਾ, ਸਗਲ ਭਵਨ ਕੀ ਮੂਰਤ ਏਕਾ, ਮੁਖ ਤੇਰੈ ਟਕਸਾਲਾ। ਮੇਰੇ ਸਾਹਿਬਾ ਤੇਰੇ ਚੂਜ ਵਿਡਾਣਾ, ਜਲ ਥਲ ਮਹੀਅਲ ਭਰਪੂਰ ਲੀਣਾ, ਆਪੇ ਸਰਬ ਸਮਾਣਾ। ਰਹਾਉ ਜਹ ਜਹ ਦੇਖਾ ਤਹ ਜੋਤ ਤੁਮਹਾਰੀ, ਤੇਰਾ ਰੂਪ ਕਿਨੇਹਾ, ਇਕ ਤਰੂਪ ਫਿਰਹਿ ਪਰਛਨਾ, ਕੋਈ ਨ ਕਿਸਹੀ ਜਿਹਾ। ਅੰਡਜ ਜੇਰਜ ਉਤਪੁਜ ਸੇ ਤਜ, ਤੇਰੇ ਕੀਤੇ ਜਨਤਾ, ਏਕ ਪੁਰਬ ਮੈਂ ਤੇਰਾ ਦੇਖਿਆ, ਤੂੰ ਸਭਨਾ ਮਾਹਿ ਰਵੰਤਾ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ, ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰੈਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸੱਚੇ ਸਾਹਿਬ ਦੀ ਰਹਿਮਤਾਂ ਦਾ ਦਰ ਖੁੱਲ੍ਹਦਾ ਹੈ।
ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੁੰਦਾ ਹੈ। ਸੁਖ ਨਿਧਾਨ ਪ੍ਰੀਤਮ ਪ੍ਰਬੇਰੇ, ਅਗਣਤ ਗੁਣ ਠਾਕੁਰ ਪ੍ਰਭ ਤੇਰੇ। ਹੇ ਸੱਚੇ ਪਾਤਸ਼ਾਹ, ਤੁਸੀਂ ਸੁੱਖਾਂ ਦਾ ਖਜ਼ਾਨਾ ਹੋ। ਹੇ ਮੇਰੇ ਪ੍ਰੀਤਮ, ਤੇਰੇ ਗੁਣ ਬਹੁਤ ਨੇ, ਅਗਣਤ ਗੁਣ। ਤੁਹਾਡੇ ਗੁਣਾਂ ਦੇ ਕੋਈ ਕੀਮਤ ਨਹੀਂ, ਕੋਈ ਅੰਤ ਨਹੀਂ। ਅੰਤ ਨਾ ਅੰਤਾ ਸਦਾ ਬੇਅੰਤਾ, ਕਹੁ ਨਾਨਕ ਊਚੋ ਊਚਾ। ਪਰ ਤੁਸੀਂ ਮੈਂ ਕੀ ਕਰਾਂ ਫਿਰ? ਮੋਹਿ ਅਨਾਥ ਤੁਮਰੀ ਸ਼ਰਣਾਈ, ਕਰ ਕਿਰਪਾ ਹਰ ਨਾਮ ਤੇ ਆਈ। ਬੇਨਤੀ ਕਰੀ ਸੱਚੇ ਪਾਤਸ਼ਾਹ, ਮੈਂ ਤੁਹਾਡੀ ਸ਼ਰਨ ਆ ਗਿਆ, ਤੇ ਤੁਹਾਡੇ ਸ਼ਰਨ ਆ ਕੇ ਫਿਰ ਕੀ ਕਰ ਸਕਦਾ ਹੈ? ਯਾਰ ਕਿਰਪਾ ਕਰੋ, ਨਾਮ ਜਪਾਂ। ਇੱਥੇ ਆ ਕੇ ਸਾਡਾ ਇੱਕੋ ਕੰਮ ਹੈ, ਅਸੀਂ ਨਾਮ ਤੇ ਆਈ। ਇੱਥੇ ਆਪਾਂ ਸੰਗਤ 'ਚ ਬੈਠੇ ਹਾਂ, ਕੀਰਤਨ ਹੁੰਦਾ ਹੈ ਤਦ ਵੀ ਅਸੀਂ ਨਾਮ ਤੇ ਆਈ, ਕਥਾ ਹੁੰਦੀ ਤਦ ਵੀ ਨਾਮ ਤੇ ਆਈ। ਕਿਉਂਕਿ ਕਥਾ ਕੀਰਤਨ ਤੇ ਪਾਠ ਦੇ ਦਰਮਿਆਨ ਅਸੀਂ ਵੱਖਰਾ ਜਾਪ ਤੇ ਕਰ ਨਹੀਂ ਸਕਦੇ ਨਾ। ਸਾਡੇ ਵਡੇਰਿਆਂ ਦੇ ਵੱਲੋਂ ਜੋ ਸੀਨਾ ਬਸੀਨਾ ਸਾਨੂੰ ਦਿੱਤਾ ਗਿਆ ਹੈ, ਜਿਸ ਨੂੰ ਆਪਾਂ ਸਥਾਨਕ ਮਰਿਆਦਾ ਕਹਿੰਦੇ ਨੇ ਗੁਰਦੁਆਰਾ ਸਾਹਿਬਾਨ ਦੀ, ਉਹਦੇ ਵਿੱਚ ਦਰਜ ਹੈ ਕਿ ਭਾਈ ਦਰਬਾਰ ਵਿੱਚ ਕੇਵਲ ਇੱਕ ਵਕਤ ਇੱਕੋ ਹੀ ਕੰਮ ਹੋਵੇ। ਪਾਠ ਹੋ ਰਿਹਾ ਹੋਵੇ ਤੇ ਸਾਰੇ ਪਾਠ ਵਿੱਚ ਧਿਆਨ ਲਗਾਉਣ, ਇੱਕ ਪਾਠੀ ਪਾਠ ਕਰੇ, ਬਾਕੀ ਸੁਣੋ ਭਾਈ। ਜੇ ਕੀਰਤਨ ਹੋ ਰਿਹਾ ਤੇ ਸਾਰੇ ਕੀਰਤਨ ਸੁਣੋ, ਜੇ ਕਥਾ ਹੈ ਤੇ ਭਾਈ ਕਥਾ ਸੁਣੋ। ਇਹ ਨਹੀਂ ਕਿ ਇੱਕ ਪਾਠ ਕਰਦਾ ਪਿਆ, ਦੂਜਾ ਕੀਰਤਨ ਕਰਦਾ ਪਿਆ, ਤੀਜਾ ਕਥਾ ਕਰੇ। ਅਕਸਰ ਅਸੀਂ ਦੋ ਕੰਮ ਕਰ ਲੈਂਦੇ ਹੁੰਦੇ ਹਾਂ। ਕੀਰਤਨ ਹੋ ਰਿਹਾ, ਅਸੀਂ ਆਪਣਾ ਗੁਟਕਾ ਲੈ ਕੇ ਬੈਠੇ ਹੁੰਦੇ ਹਾਂ। ਕਈ ਵਾਰ ਦੇਖਿਆ ਕੀਰਤਨ ਕਰਨ ਵਾਲੇ ਆਸਾ ਕੀ ਵਾਰ ਦਾ ਕੀਰਤਨ ਕਰਦੇ ਨੇ, ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ। ਠੀਕ ਹੈ ਭਾਈ, ਖਾਣਾ ਪੂਰਤ, ਇਸੇ ਨੂੰ ਖਾਣਾ ਪੂਰਤੀ ਕਹਿੰਦੇ ਨੇ। ਹਾਂ, ਟਿਕ ਲਗਾਤਾ, ਹਾਂ ਜੀ ਮੈਂ ਪਾਠ ਕਰ ਲਿਆ, ਗੁਰਦੁਆਰੇ ਵੀ ਹੋ ਆਇਆ, ਆਸਾ ਅਖਬਾਰ ਦਾ ਕੀਰਤਨ ਵੀ ਹੋ ਗਿਆ, ਤੇ ਨਾਲੇ ਮੈਂ ਜਪਜੀ ਦਾ ਪਾਠ ਵੀ ਕਰ ਲਿਆ। ਇਹ ਤਿੰਨ ਖਾਨੇ ਟਿਕ ਲੱਗ ਗਏ, ਪੂਰੇ ਹੋ ਗਏ। ਪਰ ਨੰਬਰ ਕਿਹਦੇ ਆਉਣਗੇ? ਪਾਸ ਮਾਰਕਿੰਗ ਕਿਹ 'ਚ ਮਿਲੇਗੀ? ਸ਼ਾਇਦ ਕਿਸੇ 'ਚ ਵੀ ਨਹੀਂ, ਕਿਉਂਕਿ ਨਾ ਤੇ ਸੁਣਿਆ ਗਿਆ ਤੇ ਨਾ ਪੜ੍ਹਿਆ ਗਿਆ। ਇਸੇ ਕਰਕੇ ਵਡੇਰਿਆਂ ਨੇ ਨਿਯਮ ਬੱਧਾ ਕਿ ਭਾਈ ਪਾਠ ਹੋ ਰਿਹਾ ਹੋਵੇ ਤੇ ਸਾਰੇ ਬਹਿ ਜਾਓ, ਕੀਰਤਨ ਹੋ ਰਿਹਾ ਤੇ ਬਹਿ ਕੇ ਸੁਣ ਲਓ, ਕਥਾ ਹੋ ਰਹੀ ਤੇ ਬਹਿ ਕੇ ਸੁਣ ਲਓ। ਇੱਥੇ ਵੱਖਰਾ ਕੁਝ ਕਰਨ ਦੀ ਲੋੜ ਨਹੀਂ ਹੈ। ਐਸਾ ਤਾਂ ਨਹੀਂ ਹੈ ਨਾ ਕਿ ਅਸੀਂ ਮੰਨ ਲਓ ਸਰੋਵਰ 'ਚ ਇਸ਼ਨਾਨ ਕਰਨ ਗਏ ਹਾਂ ਜਾਂ ਦਰਿਆ 'ਤੇ ਕਿਤੇ ਗਏ ਹਾਂ ਅਤੇ ਆਪਣੀ ਬਾਲਟੀ ਵੱਖਰੀ ਭਰ ਕੇ ਲੈ ਕੇ ਜਾਵਾਂਗੇ। ਦੇਖੋ ਜੀ, ਮੈਂ ਆਪਣਾ ਪਾਣੀ ਲੈ ਕੇ ਆਇਆ, ਮੈਂ ਤਾਂ ਇਹਦੇ 'ਚ ਨਹਾਉਣਾ ਹੈ। ਸਰੋਵਰ ਵਿੱਚ ਖਲੋ ਕੇ ਆਪਣਾ ਗੜਵਾ ਭਰ ਕੇ ਵੱਖਰਾ ਲੈ ਕੇ ਜਾਣਾ ਮੂਰਖਤਾ ਹੁੰਦੀ ਹੈ। ਅਤੇ ਸਰੋਵਰ ਹੈ, ਡੁਬਕੀਆਂ ਲਗਾ, ਆਨੰਦ ਲੈ ਉੱਥੋਂ ਦਾ। ਆਹ ਸਰੋਵਰ ਹੈ, ਸਤ ਸੰਗਤ ਵਿੱਚ ਡੁਬਕੀ ਲਗਾਓ, ਆਨੰਦ ਵਿੱਚ ਬੈਠ ਜਾਓ। ਖੈਰ, ਅਸਾਂ ਇੱਥੇ ਨਾਮ ਧਿਆਈ ਕਰਨਾ ਹੈ। ਅਤੇ ਜਦੋਂ ਨਾਮ ਧਿਆਵਾਂਗੇ ਨਾ, ਤਾਂ ਫਿਰ ਨਾਮੀ ਦੇ ਗੁਣ ਆਪਣੇ ਆਪ ਅੰਦਰ ਆਉਣਗੇ। ਜਿੰਨਾ ਚਿਰ ਅਸੀਂ ਨਾਮ ਧਿਆਈ ਵਾਲੇ ਮੁਕਾਮ 'ਤੇ ਨਹੀਂ ਪਹੁੰਚਦੇ, ਉਨਾ ਚਿਰ ਨਾਮੀ ਦੇ ਗੁਣ ਨਹੀਂ ਆਉਂਦੇ। ਜਿਸ ਨੂੰ ਯਾਦ ਕਰਦੇ ਪਏ ਹਾਂ, ਉਹਦਾ ਸਰੂਪ ਸਾਡੇ ਅੰਦਰ ਕਦੋਂ ਟਿਕੇਗਾ? ਜਦੋਂ ਅਸੀਂ ਉਹਨੂੰ ਚਿੰਤਨ ਕਰਾਂਗੇ। ਅਤੇ ਉਹਦਾ ਚੇਤਾ ਕਰਨ ਦਾ ਇੱਕੋ ਤਰੀਕਾ ਉਹਦੇ ਨਾਮ ਦਾ ਧਿਆਨ ਧਰੀਏ। ਔਰ ਇਹੀ ਗੱਲਾਂ ਸਾਨੂੰ ਮਹਾਰਾਜ ਲੜੀ 'ਚ ਜੋ ਵਿਚਾਰ ਮਿਲੇ ਨੇ, ਰਾਗ ਸੁਰਠ ਵਾਚਨ ਦਾ ਸੁਭਾਗ ਮਿਲਿਆ ਹੈ। ਕੱਲ੍ਹ ਵੀ ਸਾਨੂੰ ਸ਼ਬਦ ਮਿਲਿਆ ਸੀ, ਉਹ ਕਰਤਾ ਪੁਰਖ ਵਾਹਿਗੁਰੂ ਜੀ ਤੇਰੇ ਚੋਜ ਬਹੁਤ ਵੱਡੇ ਨੇ। ਕਿਤਨਾ ਵੱਡਾ ਉਹਦਾ ਕੌਤਕ ਹੈ ਕਿ ਇਹ ਧਰਤੀ ਤੇ ਆਸਮਾਨ ਜੋ ਚੱਕੀ ਦੇ ਪੁੜਾ ਵਾਂਗ ਟਿਕਾ ਦਿੱਤੇ ਨੇ, ਇਹਨਾਂ ਵਿੱਚੋਂ ਇੱਕ ਦਿਸਦਾ ਹੀ ਕੋਈ ਨਹੀਂ। ਅਤੇ ਜੇ ਇਹਨੂੰ ਦੇਖਿਆ ਜਿਨ੍ਹਾਂ ਨੇ, ਉਹ ਕਹਿੰਦੇ ਵਿਣ ਥੰਮਾ ਗਗਨ ਰਹਾਇਆ, ਵੀ ਉੱਤੇ ਛੱਤ ਪਈ ਨਜ਼ਰ ਆਉਂਦੀ, ਇੱਕ ਥੰਮਲਾ ਤੇ ਕੋਈ ਨਜ਼ਰ ਨਹੀਂ ਆਉਂਦਾ। ਪੌਣ ਬਾਣੀ 'ਚ ਬਚਨ ਵਿਣ ਥੰਮਾ ਗਗਨ ਰਹਾਇਆ, ਵੀ ਆਸ ਛੱਤ ਨੂੰ ਖੜੇ ਕਰਨ ਵਾਸਤੇ, ਟਿਕਾਉਣ ਵਾਸਤੇ ਸਾਨੂੰ ਆਹ ਥੋੜ੍ਹੇ ਜਿਹੇ ਥਾਂ 'ਚ ਕਿਤਨੇ ਕੁ ਥੰਮਲੇ, ਜਿਹਨੂੰ ਆਪਾਂ ਪਿਲਰ ਕਹਿਣ ਲੱਗ ਪਏ, ਆਪਾਂ ਕਿਤਨੇ ਕੁ ਪਿਲਰ ਦੇਣੇ ਪਏ ਨੇ, ਤਦ ਜਾ ਕੇ ਕਿਤੇ ਛੱਤ ਦਾ ਟਿਕਾਓ ਬਣਿਆ। ਪਰ ਆਸਮਾਨ ਰੂਪੀ ਛੱਤ ਕਿਤਨੀ ਵੱਡੀ ਹੈ, ਵਿਣ ਥੰਮਾ, ਕੋਈ ਥੰਮਲਾ ਨਹੀਂ ਹੈ। ਅੱਜ ਕਿਲੇ ਇੱਕ ਪੁੜ ਹੈ, ਜਿਵੇਂ ਚੱਕੀ ਚੱਲਦੀ ਹੈ ਦੋ ਪੁੜਾਂ 'ਤੇ,
ਸੰਸਾਰ ਦੀ ਚੱਕੀ ਬਿਨਾਂ ਦੋਨਾਂ ਪੁੜਾਂ ਦੇ ਹੇਠ ਹੀ ਚੱਲਦੀ ਹੈ, ਜਿਹਦੇ ਵਿੱਚ ਅਸੀਂ ਜਨਮਦੇ ਹਾਂ, ਜਿਉਂਦੇ ਹਾਂ, ਮੁੱਕਦੇ ਹਾਂ, ਚੱਲਦੇ ਹਾਂ। ਚੱਲ ਰਿਹਾ ਸਿਲਸਿਲਾ। ਤੇਰੇ ਚੋਜ ਵੇਡਾਣਾ ਮਹਾਰਾਜ, ਤੇਰੇ ਕੌਤਕ ਨੇ, ਤੇਰੇ ਚੋਜ ਬਹੁਤ ਵੱਡੇ ਨੇ। ਇਹ ਪੁੜਾਂ ਦਾ ਜ਼ਿਕਰ ਕਰਦਿਆਂ ਕਰਦਿਆਂ ਇੱਥੇ ਮਹਾਰਾਜ ਨੇ ਹੋਰ ਵੀ ਜ਼ਿਕਰ ਕੀਤਾ ਨਾ, ਦੋਏ ਪੁੜ ਚੱਕੀ ਜੋੜ ਕੇ ਪੀਸਨ ਆਏ ਬਹਿਟ, ਦੋ ਦਰ ਰਹੇ ਸੁਬਰੇ ਨਾਨਕ ਅਜਬ ਡਿਟ। ਉਹ ਵੀ ਇੱਕ ਵਿਡਾਣ ਚੋਜ ਹੈ। ਜਿਹੜੇ ਦਰ ਦੇ ਕਿਨਾਰੇ ਟਿਕ ਗਏ ਉਹ ਬਚ ਗਏ, ਬਾਕੀ ਪਿਸ ਗਏ। ਇਸ ਪੁੜਾਂ ਦੇ ਵਿੱਚ ਵੀ ਜੋ ਗੁਰੂ ਕੇ ਦਰ ਤੇ ਪਹੁੰਚ ਗਏ ਉਹ ਬਚ ਕੇ, ਬਾਕੀ ਪਿਸ ਜਾਂਦੇ ਨੇ। ਇਸ ਚੱਕੀ ਦੀ ਰਫ਼ਤਾਰ ਸਾਨੂੰ ਪਤਾ ਨਹੀਂ ਲੱਗਦਾ, ਪਰ ਸਭ ਜਾਣਦੇ ਹੁਣ ਵਿਗਿਆਨ ਵਿੱਚ ਕਿ ਧਰਤੀ ਕਿਤਨੀ ਤੇਜ਼ ਘੁੰਮਦੀ, ਸਭ ਨੂੰ ਪਤਾ, ਅੰਦਾਜ਼ਾ ਹੈ ਹੀ, ਪਰ ਸਾਨੂੰ ਪਤਾ ਲੱਗਦਾ ਹੀ ਨਹੀਂ ਕਿ ਧਰਤੀ ਘੁੰਮਦੀ ਵੀ। ਇਸੇ ਕਰਕੇ ਕਈ ਸਿਆਣੇ ਦਾਰਸ਼ਨਿਕ ਤੇ ਕਹਿੰਦੇ ਨੇ ਜਦੋਂ ਇਹ ਪਤਾ ਲੱਗ ਗਿਆ ਵੀ ਧਰਤੀ ਘੁੰਮਦੀ ਹੈ ਤੇ ਫਿਰ ਕੋਈ ਮਾਇਨੇ ਨਹੀਂ ਰਹਿੰਦਾ ਤੂੰ ਦੱਖਣ ਵੱਲ ਮੂੰਹ ਕੀਤਾ ਕਿ ਪੱਛਮ ਵੱਲ ਮੂੰਹ ਕੀਤਾ, ਕਿਉਂਕਿ ਅਗਲੇ ਪਲ ਤੇਰਾ ਮੁੱਖ ਤੇ ਬਦਲੇ ਉਹਨਾਂ ਦਿਸ਼ਾ ਤੇ ਬਦਲੀ ਹੋਣੀ ਹੈ, ਘੁੰਮ ਗਿਆ। ਸਾਨੂੰ ਲੱਗਦਾ ਵੀ ਅਸੀਂ ਸਿੱਥੇਰਾਂ ਸਦੀਆਂ ਤੋਂ ਅਸੀਂ ਇੱਧਰ ਨੂੰ ਮੂੰਹ ਕਰਕੇ ਬੈਠੇ ਹਾਂ, ਪਰ ਸਾਰਾ ਪਲੇਟਫਾਰਮ ਹੀ ਘੁੰਮ ਰਿਹਾ ਹੈ। ਇਸ ਕਰਕੇ ਆਲਾ ਦੁਆਲਾ ਹੀ ਦੇਖ ਸਕਦੇ ਹਾਂ। ਆ ਵੇਖਿਆ ਹੁਣ ਕੁਝ ਵਿਦੇਸ਼ਾਂ ਦੇ ਵਿੱਚ ਐਸੇ ਥਾਂ ਬਣੇ ਨੇ, ਲੋਕ ਸੈਂਕੜੇ ਬੰਦੇ ਬੈਠੇ ਖਾਣਾ ਖਾ ਰਹੇ ਨੇ, ਪਰ ਲਗਾ ਪੂਰਾ ਹੋਟਲ ਹੀ ਘੁੰਮ ਰਿਹਾ ਹੈ, ਪੂਰੇ ਛੱਤ ਸਮੇਤ ਪੂਰੇ ਪਲੇਟਫਾਰਮ ਹੀ ਘੁੰਮੀ ਚਲਾ ਜਾ ਰਿਹਾ ਹੈ। ਬੈਠੇ ਨੂੰ ਪਤਾ ਨਹੀਂ ਲੱਗਦਾ, ਪਰ ਘੁੰਮ ਜਾਂਦਾ ਹੈ। ਸਾਡੀ ਧਰਤੀ ਸਮਾਂ ਘੁੰਮ ਜਾਂਦਾ ਹੈ, ਬਦਲ ਜਾਂਦਾ, ਸਾਨੂੰ ਪਤਾ ਹੀ ਨਹੀਂ ਲੱਗਦਾ। ਬਾਲਕ ਤੋਂ ਜਵਾਨ ਹੋਏ, ਜਵਾਨ ਤੋਂ ਬਿਰਧ ਹੋਏ, ਪਤਾ ਹੀ ਨਹੀਂ ਲੱਗਾ। ਅੱਜ ਕੱਲ੍ਹ ਦੀਆਂ ਗੱਲਾਂ ਲੱਗਦੀਆਂ ਨੇ, ਪਰ ਸਭ ਕੁਝ ਤੇ ਜ਼ਮਾਨੇ 'ਚ ਬਦਲ ਗਿਆ। ਇਹੀ ਤੇ ਤੇਰੇ ਚੋਜ ਨੇ। ਆਲੇ ਦੁਆਲੇ ਨੂੰ ਦੇਖਦੇ ਆ, ਕਦੇ ਪੱਤਝੜ ਹੁੰਦੀ, ਕਦੇ ਸੁੰਦਰ ਕਲੀਆਂ ਖਿੜ ਰਹੀਆਂ ਨੇ। ਆ ਹੁਣ ਸਭ ਕੁਝ ਤੇ ਬਦਲ ਰਿਹਾ ਹੈ। ਇਹੀ ਤੇ ਮੇਰੇ ਸਾਹਿਬਾ ਤੇਰੇ ਚੋਜ ਵੇਡਾਣਾ। ਪਰ ਇਹਨਾਂ ਸਾਰੇ ਚੋਜਾਂ ਦੇ ਵਿੱਚ ਜੋ ਕਲਾ ਹੈ, ਜਿਹਨੂੰ ਆਪਾਂ ਐਨਰਜੀ ਅੱਜ ਕੱਲ੍ਹ ਕਹਿਣ ਲੱਗ ਪਏ ਸਮਝਣ ਵਾਸਤੇ, ਵੀ ਜੋ ਪਾਵਰ ਹੈ, ਜਿਸ ਤਾਕਤ ਦੇ ਸਦਕੇ ਸਭ ਕੁਝ, ਕਿਉਂਕਿ ਕੁਛ ਵੀ ਹੋਣ ਵਾਸਤੇ ਤਾਕਤ ਚਾਹੀਦੀ ਹੈ, ਜੁੜਨ ਵਾਸਤੇ ਵੀ ਤਾਕਤ ਚਾਹੀਦੀ ਹੈ। ਯਾਦ ਰੱਖਣਾ, ਟੁੱਟਦੇ ਵੀ ਕਿਸੇ ਤਾਕਤ ਦੇ ਸਦਕੇ ਹੀ ਨੇ। ਕਮਜ਼ੋਰ ਵਿਅਕਤੀ ਨਾ ਜੁੜ ਸਕਦੇ ਨੇ ਤੇ ਨਾ ਟੁੱਟ ਸਕਦੇ ਨੇ। ਆ ਵੇਖਿਆ ਹੁਣ ਅਸੀਂ ਆਪਣੇ ਸਮਾਜ ਵਿੱਚ ਜਿਹੜੇ ਕਮਜ਼ੋਰ ਵਿਅਕਤੀ ਨੇ ਸਿਰਫ ਕੁਰਲਾਉਂਦੇ ਨੇ, ਹੋਰ ਕੁਛ ਨਹੀਂ ਕਰ ਸਕਦੇ। ਉਹ ਸਿਰਫ ਕੁਰਲਾ ਸਕਦੇ ਨੇ, ਚਲਾ ਸਕਦੇ, ਰੋ ਸਕਦੇ ਨੇ। ਉਹਨਾਂ ਵਿੱਚ ਨਾ ਤਾਂ ਇਤਨੀ ਸਮਰੱਥਾ ਤਾਕਤ ਹੁੰਦੀ ਕਿ ਛੱਡ ਕੇ ਚਲੇ, ਨਾ ਮਿਲੇ ਅਸੀਂ ਤਿਆਗਦੇ ਹਾਂ, ਤੇ ਨਾ ਗ੍ਰਹਿਣ ਕੋ ਉੱਥੇ ਰਹਿੰਦੇ ਨੇ। ਬਹੁ ਗਿਣਤੀ ਸਾਡੀ ਮਾਨਸਿਕ ਤੌਰ 'ਤੇ ਅਸੀਂ ਕਮਜ਼ੋਰ ਹੁੰਦੇ ਹਾਂ। ਇਸ ਕਰਕੇ ਅਸੀਂ ਸਿਰਫ ਕੁਰਲਾਹਟ ਪੈਦਾ ਕਰਦੇ ਹਾਂ, ਰੋਣ ਪਿੱਟਣ ਪੈਦਾ ਕਰਦੇ ਹਾਂ। ਨਾ ਅਸੀਂ ਗ੍ਰਹਿਣ ਕਰ ਸਕਦੇ ਹਾਂ, ਨਾ ਤਿਆਗ ਕਰ ਸਕਦੇ, ਅਸੀਂ ਰੋਂਦੇ ਹਾਂ। ਇਸੇ ਤਰ੍ਹਾਂ ਪਰਿਵਾਰਕ, ਸਮਾਜਿਕ, ਹਰ ਥਾਂ 'ਤੇ, ਰਾਜਨੀਤਿਕ, ਹਰ ਮੰਡਲ 'ਤੇ ਇਹੀ ਇੱਕ ਸੂਤਰ ਚੱਲਦਾ ਹੈ, ਕਮਜ਼ੋਰ ਕੁਛ ਵੀ ਨਹੀਂ ਕਰ ਪਾਉਂਦਾ ਸਿਰਫ ਕੁਰਲਾਹਟ ਤੋਂ ਬਿਨਾਂ। ਇਸੇ ਕਰਕੇ ਸਤਿਗੁਰੂ ਨਾਨਕ ਕਹਿੰਦੇ ਵੀ ਕਮਜ਼ੋਰ ਨੂੰ ਕਦੇ ਨਾ ਮਾਰੋ। ਬਾਕੀ ਨਿਯਮ ਤੇਰਾ ਹੀ ਹੈ, ਲੇਕਿਨ ਤੇਰੇ ਨਿਯਮਾਂ ਦੇ ਵਿੱਚ ਜਦੋਂ ਕਮਜ਼ੋਰ ਤਾਕਤਵਰ ਕੋਈ ਆ ਕੇ ਕਮਜ਼ੋਰ ਨੂੰ ਮਾਰਦਾ ਹੈ ਤੇ ਫਿਰ ਦੁੱਖ ਲੱਗਦਾ ਹੈ। ਜੇ ਸ਼ਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਕੋਈ ਤਾਂ ਮਤਲਬ ਸਾਨੂੰ ਤਗੜਾ ਤਗੜੇ ਨੂੰ ਟਕਰਾਉਂਦਾ ਪਿਆ, ਸਰ ਠੀਕ ਹੈ, ਤਗੜਾ ਤਗੜੇ ਨੇ ਟਕਰਾਏ ਪਿਆ, ਪਰ ਜੇ ਸ਼ਕਤਾ ਸਿੰਹ ਮਾਰੇ ਪੈ ਵਕੈ ਖਸਮੇ ਸਾਪੁਰ ਸਾਈ। ਜੇ ਤਾਕਤਵਰ ਆ ਕੇ ਕਮਜ਼ੋਰਾਂ ਨੂੰ ਮਾਰਦਾ ਹੈ ਤੇ ਫਿਰ ਉਹਨਾਂ ਕਮਜ਼ੋਰਾਂ ਦਾ ਜੋ ਮਾਲਕ ਹੁੰਦਾ ਹੈ, ਉਲਾਮਾ, ਉਹਨੂੰ ਮਿਲਦਾ ਹੈ। ਅੱਜ ਸਾਨੂੰ ਸਮਝਾਉਂਦੇ ਨੇ ਮਹਾਰਾਜ ਚੋਜ ਤੇ ਤੇਰੇ ਨੇ, ਤੂੰ ਹੀ ਹਰ ਤਾਕਤ ਨੂੰ ਦੇਣ ਵਾਲਾ ਤੂੰ। ਇਸੇ ਕਰਕੇ ਸਾਨੂੰ ਸਮਝਾਇਆ, ਭਾਈ ਤੁਸੀਂ ਦੁਨੀਆ ਦੀ ਕਿਰਿਆਵਾਂ ਵੱਲ ਫੋਕਸ ਮਤ ਕਰੋ, ਇਹ ਤੇ ਸੁੱਤੇ ਸਿੱਧ ਹੋ ਰਹੀਆਂ ਨੇ, ਤੇ ਕੁਝ ਤੁਹਾਡੀਆਂ ਕਿਰਿਆਵਾਂ ਤੁਸੀਂ ਕਰਨੀਆਂ ਹੀ ਕਰਨੀਆਂ ਨੇ। ਜਿਵੇਂ ਪਰਿਵਾਰਕ ਕਰਮ ਨੇ, ਸਾਡੇ ਕਿਰਤ ਹੈ, ਐਸਾ ਕਰਨੀਆਂ ਹੀ ਕਰਨੀਆਂ ਨੇ। ਕਿਰਤ ਨਹੀਂ ਕਰੋਗੇ ਤੇ ਕੀ ਮੰਗ ਕੇ ਖਾਓਗੇ? ਕੁਛ ਤੇ ਕਰਨਾ ਪਏਗਾ ਨਾ, ਕੋਈ ਕਿਰਤ ਤੇ ਕਰੋਗੇ। ਇਸੇ ਕਰਕੇ ਗੁਰੂ ਨਾਨਕ ਮਹਾਰਾਜ ਜੀ ਦੀ, ਜਿਹਨੂੰ ਆਪਾਂ ਗੁਰੂ ਨਾਨਕ ਫਿਲਾਸਫੀ ਕਹਿ ਦਿੰਦੇ ਹਾਂ, ਉਹਦੇ ਵਿੱਚ ਕਿਰਤ ਕਰਨ ਦਾ ਉਪਦੇਸ਼ ਹੈ, ਪਰ ਕਿਰਤਾਂ ਦੀ ਵਿਆਖਿਆ ਨਹੀਂ ਹੈ ਵੀ ਤੁਸੀਂ ਕਿਹੜੀ ਕਿਰਤ ਕਰਦੇ ਹੋ। ਅੱਜ ਤੱਕ ਜਿਨ੍ਹਾਂ ਕੋ ਆਪ ਵੱਡਿਆਂ ਨੇ ਪੜ੍ਹਿਆ, ਸੁਣਿਆ, ਵਾਚਿਆ, ਵਿਚਾਰਿਆ, ਤੇ ਆਪ ਵਡੇਰੀ ਸੰਗਤਾਂ 'ਚ ਬੈਠ ਕੇ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਇੱਕ ਦੂਜੇ ਤੋਂ। ਭਲਾ ਕਦੇ ਕਿਸੇ ਨੇ ਪੁੱਛਿਆ ਵੀ ਦਰਬਾਰ 'ਚ ਬੈਠੀ ਸੰਗਤ ਇੱਥੇ ਕਿਰਤਾਂ ਦੇ ਕਰਕੇ ਵੰਡ ਪਾਈ ਹੋਈ ਵੀ ਫਲਾਣੇ ਕਿਰਤ ਵਾਲੇ ਵਪਾਰੀ ਇੱਥੇ ਬੈਠਣਗੇ, ਹਲ ਵਾਹੁਣ ਵਾਲੇ ਇੱਥੇ ਬੈਠਣਗੇ,
ਖੇਤੀਬਾੜੀ ਵਾਲੇ ਇੱਥੇ ਬੈਠਣਗੇ, ਨੌਕਰੀ ਪੇਸ਼ਾ ਸਾਡੇ 'ਚ ਕੋਈ ਐਸਾ ਸਿਲਸਿਲਾ ਨਹੀਂ ਹੈ। ਅਸੀਂ ਹਾਂ ਇਹ ਕਹਿ ਸਕਦੇ ਹਾਂ ਭਾਈ ਜਿੱਥੇ ਥਾਂ ਮਿਲਦਾ ਕਿਰਤ ਜ਼ਰੂਰ ਕਰਿਆ ਕਰੋ, ਕਿਉਂਕਿ ਗੁਰੂ ਨਾਨਕ ਦੇ ਘਰ ਕਿਰਤ ਦਾ ਹੀ ਧਰਮ ਹੈ। ਕਿਰਤ ਕਰਿਆ ਕਰੋ। ਕੀ ਕਿਰਤ ਕਰਦੇ? ਜੋ ਸੂਟੇਬਲ ਹੈ, ਜਿਹਦੇ ਨਾਲ ਰੋਜ਼ੀ ਰੋਟੀ ਚੱਲਦੀ ਕਰੋ ਭਾਈ। ਕਿਰਤ ਕਰਨ ਵਾਸਤੇ ਜਿਵੇਂ ਬਲ ਚਾਹੀਦਾ ਹੈ, ਇਸੇ ਤਰ੍ਹਾਂ ਅਧਿਆਤਮਕ ਕਰਤਾ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਣ ਵਾਸਤੇ ਵੀ ਤੇ ਬਲ ਚਾਹੀਦਾ ਹੈ। ਸੰਸਾਰ ਦੀ ਕਿਰਤ ਆਪਾਂ ਨਾ ਬਦਲੀਏ ਨਾ ਬਦਲ ਸਕਦੇ ਹਾਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਪਿਆਰਿਓ ਅਸੀਂ ਸਮਝ ਲੈਣਾ ਸਾਰੇ ਵਿਵਹਾਰ ਜਿਹੜੇ ਸੰਸਾਰ ਦੇ ਚੱਲਦੇ ਇਹਨੂੰ ਤੂੰ ਬਦਲ ਨਹੀਂ ਸਕਦਾ, ਪਰ ਇੱਕ ਕੰਮ ਤੇ ਕਰ ਸਕਦਾ ਨਾ, ਕਰਤਾ ਪੁਰਖ ਦੇ ਚੋਜਾਂ ਦੇ ਵਿੱਚ ਰਹਿ ਕੇ ਉਹਦੇ ਨਾਮ ਜਿਸ ਸ਼ਕਤੀ ਦੇ ਸਦਕੇ ਆ ਫੁੱਲ ਖਿੜਦੇ ਨੇ, ਸਰਦੀ ਤੇ ਗਰਮੀ ਦੇ ਮੌਸਮ ਬਦਲਦੇ ਨੇ, ਉਸ ਬੇਅੰਤ ਕਲਾ ਨੂੰ ਜਾਣਨ ਦਾ ਯਤਨ ਤੇ ਕਰ ਸਕਦਾ। ਜਾਣ ਨਹੀਂ ਸਕਦੇ ਮੰਨ ਲਿਆ, ਪਰ ਜਾਣਨ ਦਾ ਯਤਨ ਤੇ ਕਰ ਸਕਦੇ ਹਾਂ, ਕਿਉਂਕਿ ਜਾਣਨ ਦਾ ਯਤਨ ਕਰਾਂਗੇ ਤਦ ਹੀ ਤੇ ਜੁੜਾਂਗੇ। ਜਿਨ੍ਹਾਂ ਨੂੰ ਬਿਜਲੀ ਦੇ ਸਿਸਟਮ ਦੀ ਸਮਝ ਆ ਜਾਂਦੀ ਹੈ, ਉਹ ਤਾਰਾਂ ਦੇ ਵਿੱਚ ਕਰੰਟ ਹੁੰਦਾ ਹੈ ਤਦ ਵੀ ਕੰਮ ਕਰੀ ਜਾਂਦੇ ਨੇ। ਆ ਵੇਖਿਆ ਨਾ, ਸਿਆਣੇ ਇਲੈਕਟ੍ਰੀਸ਼ੀਅਨ ਜਿਹੜੇ ਕੰਮ ਕਰਦੇ ਨੇ, ਤਾਰਾਂ ਦੇ ਵਿੱਚ ਕਰੰਟ ਹੁੰਦਾ ਹੈ ਤਦ ਵੀ ਕੰਮ ਆਪਣਾ ਕਰੀ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਬਿਜਲੀ ਦੀ ਤਾਕਤ ਦੀ ਸਮਝ ਆ ਗਈ ਹੈ ਅਤੇ ਪਤਾ ਲੱਗ ਗਿਆ ਵੀ ਕਿਸ ਤਰ੍ਹਾਂ ਬਿਜਲੀ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਅਤੇ ਕੀ ਕਰੀਏ ਅਤੇ ਬਿਜਲੀ ਤੋਂ ਨੁਕਸਾਨ ਹੁੰਦਾ ਹੈ। ਸਮਝ ਆ ਗਈ, ਆਪਣਾ ਕੰਮ ਕਰੀ ਜਾਂਦੇ ਨੇ। ਸਾਨੂੰ ਵੀ ਇਹ ਸਮਝਣਾ ਹੈ ਕਿ ਵਾਹਿਗੁਰੂ ਜੀ ਤੁਹਾਡੇ ਨਾਮ ਦੇ ਸਦਕੇ ਸਾਰਾ ਕਾਰ ਵਿਹਾਰ ਸੰਸਾਰ ਦਾ ਚੱਲਦਾ ਹੈ, ਅਤੇ ਨਾਮ ਦੇ ਨਾਲ ਅਸਾਂ ਜੁੜਨਾ ਕਿਵੇਂ ਹੈ, ਕੀ ਕਰਨਾ ਪਏਗਾ ਤਾਂ ਕਿ ਅਸੀਂ ਵੀ ਤੁਹਾਡੀ ਉਸ ਅਸੀਮ ਕਲਾ ਜੋ ਅਨੰਤ ਕਲਾ ਹੈ ਉਹਦੇ ਨਾਲ ਜੁੜ ਸਕੀਏ। ਅਤੇ ਚੇਤਾ ਰੱਖਣਾ, ਜਿੱਥੋਂ ਤੱਕ ਸਮਝ ਆਉਂਦੀ ਹੈ ਉਹਦੇ ਵਾਸਤੇ ਦੋ ਚੀਜ਼ਾਂ ਸਾਨੂੰ ਕਰਨੀਆਂ ਪੈਣੀਆਂ ਨੇ। ਪਹਿਲੀ ਗੱਲ ਹੈ ਪਵਿੱਤਰਤਾ। ਸਰੀਰ, ਅਸੀਂ ਪਵਿੱਤਰਤਾ ਦੀ ਗੱਲ ਨੂੰ ਸਮਝਿਆ, ਔਰ ਸਦੀਆਂ ਤੋਂ ਲੋਕਾਂ ਨੇ ਇਸ ਪਵਿੱਤਰ ਪੱਖ ਨੂੰ, ਇਸ ਸੂਤਰ ਨੂੰ ਸਮਝਿਆ ਕਿ ਬ੍ਰਹਮੰਡ ਵਿੱਚ ਕਰਤਾ ਪੁਰਖ ਦੀ ਰਹਿਮਤ ਨਾਲ ਜੁੜਨ ਵਾਸਤੇ ਪਵਿੱਤਰਤਾ ਦੀ ਜ਼ਰੂਰਤ ਹੈ। ਪਰ ਅਸੀਂ ਬਹੁਤੇ ਸਰੀਰਕ ਪਵਿੱਤਰਤਾਵਾਂ 'ਤੇ ਹੀ ਬਲ ਦਿੰਦੇ ਰਹਿ ਗਏ। ਆ ਹੁਣ ਵੀ ਦੇਖਿਆ ਹੋਣਾ ਹੈ, ਸਾਨੂੰ ਕਹਿੰਦਾ ਭਾਈ ਇੱਥੇ ਆਉਣਾ ਤੇ ਹੱਥ ਸੁੱਚੇ ਕਰਕੇ ਆਓ, ਧੋ ਕੇ ਆਓ। ਜੇ ਤੁਸੀਂ ਇੱਕ ਵੀ ਕੰਮ ਕੀਤਾ ਤੇ ਪਹਿਲਾਂ ਭੱਜ ਕੇ ਨਲਕੇ 'ਤੇ ਜਾਓ। ਅਸਾਂ ਦਾ ਫੋਕਸ ਪਵਿੱਤਰਤਾ ਦਾ ਖਬਤ ਤੱਕ ਪਹੁੰਚ ਗਿਆ ਹੈ, ਪਰ ਗੁਰੂ ਨਾਨਕ ਦੇ ਘਰ ਐਸੇ ਖਬਤ ਦੀ ਜ਼ਰੂਰਤ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜੋ ਪਵਿੱਤਰਤਾ ਦਿੱਤੀ ਹੈ ਉਹ ਹਿਰਦੇ ਦੀ ਪਵਿੱਤਰਤਾ ਹੈ, ਨਾ ਕਿ ਇਹਨਾਂ ਬਾਹਰ ਦੇ ਹੱਥਾਂ ਦੀ ਪਵਿੱਤਰਤਾ। ਬਾਹਰ ਦੇ ਹੱਥ ਸਾਫ਼ ਹੋਣੇ ਚਾਹੀਦੇ ਨੇ, ਬਸ ਇਹ ਮਾਇਨਾ ਸਮਝ ਆ ਜਾਏ। ਬਾਹਰ ਸਰੀਰ ਸਾਫ਼ ਸੁਥਰਾ ਹੋਵੇ, ਹੱਥ ਸਾਫ਼ ਹੋਣ, ਵਸਤਰ ਸਾਫ਼ ਸੁਥਰੇ ਹੋਣ, ਪਰ ਪਵਿੱਤਰਤਾ ਤਾਂ ਸ਼ਬਦ ਹੀ ਹਿਰਦੇ ਲਈ ਹੈ, ਕਿਉਂਕਿ ਪਵਿੱਤਰਤਾ ਤਾਂ ਧੋਤਿਆਂ ਹੋ ਹੀ ਨਹੀਂ ਸਕਦੀ। ਪਰ ਅਸੀਂ ਸਰੀਰ ਨੂੰ ਧੋਣ ਨੂੰ ਹੀ, ਕੱਪੜੇ ਧੋਣ ਨੂੰ ਹੀ, ਕੱਪੜੇ ਬਦਲਣ ਨੂੰ ਹੀ ਪਵਿੱਤਰਤਾ ਮੰਨ ਬੈਠੇ ਆ। ਐਸਾ ਨਹੀਂ ਹੁੰਦਾ। ਪਰਮਾਤਮਾ ਦੀ ਅਨੰਤ ਸ਼ਕਤੀ ਦੇ ਨਾਲ ਜੁੜਨ ਵਾਸਤੇ ਪਹਿਲਾ ਸ਼ਰਤ ਕਹਿ ਲਿਆ ਜਾਂ ਯੋਗਤਾ ਕਹਿ ਲਈਏ, ਪਵਿੱਤਰਤਾ ਹੀ ਹੈ। ਕਿਤਨੀ ਪਵਿੱਤਰਤਾ? ਹਰ ਇੱਕ ਦੀ ਆਪੋ ਆਪਣੀ ਹੈ। ਇਹ ਹੌਲੀ ਹੌਲੀ ਸਮਝ ਆਉਂਦੀ ਹੈ ਕਿ ਜਿਤਨੀ ਸਾਡੇ ਕੋਲ ਪਵਿੱਤਰਤਾ ਹੈ ਉਤਨੀ ਹੀ ਸਾਡੀ ਪਾਤਰਤਾ ਹੈ। ਜਿਤਨਾ ਭਾਂਡਾ ਸਾਡਾ ਸਾਫ਼ ਹੈ ਉਤਨਾ ਹੀ ਸਾਮਾਨ ਮਿਲੇਗਾ। ਸੂਤਰ ਨੂੰ ਪੜ੍ਹਨਾ ਹੋਵੇ ਕਦੇ, ਸੂਹੀ ਰਾਗ ਦਾ ਪਹਿਲਾ ਬਚਨ ਇਸ ਗੱਲ ਦੀ ਵਿਆਖਿਆ ਕਰਦਾ ਹੈ, ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੂਧੇ ਕੋ ਜਾਵੋ। ਇੱਥੇ ਦੁੱਧ ਲੈਣ ਆਏ ਹਾਂ ਅਤੇ ਹਿਰਦੇ ਰੂਪੀ ਭਾਂਡੇ ਨੂੰ ਧੋਈਏ। ਔਰ ਇਹੀ ਉਹਦੇ ਕੌਤਕ ਨੇ, ਜਿਤਨਾ ਕੋਈ ਪਵਿੱਤਰ ਹੋਈ ਜਾਂਦਾ ਹੈ ਉਤਨੀ ਹੀ ਪਾਤਰਤਾ ਦੇ ਮੁਤਾਬਕ ਉਹਨੂੰ ਉਹ ਨਾਮ ਦੇਈ ਜਾਂਦਾ ਹੈ। ਔਰ ਇਹੀ ਰਹੱਸ ਕਲਾ ਹੈ, ਜਿਤਨੀ ਪਵਿੱਤਰਤਾ ਲਈ ਜਾਂਦਾ ਹੈ, ਕਿਉਂਕਿ ਪਵਿੱਤਰਤਾ ਸਾਡੀ ਚਿੰਤਨ 'ਤੇ ਨਿਰਭਰ ਹੈ। ਸਾਡੀ ਸੋਚ ਕਿਤਨੀ ਪਵਿੱਤਰ ਹੈ, ਸਾਡੀ ਸੋਚ ਕਿਤਨੀ ਨਿਰਮਲ ਹੈ, ਇਹ ਸਾਡੇ 'ਤੇ ਨਿਰਭਰ ਕਰਦਾ ਹੈ। ਹੁਣ ਇਹੀ ਤੇ ਅਸੀਂ ਬਦਲਣਾ ਹੈ। ਲੋਕ ਕਹਿੰਦੇ ਨੇ ਕੀ ਕਰੀ, ਜੇ ਖਿਆਲ ਆਉਂਦੇ ਨੇ ਉਹ ਤਾਂ ਆਉਣੇ ਨੇ। ਅਸੀਂ ਸਫਾਈ ਤਾਂ ਇਸ ਕਰਨੀ ਹੈ ਨਾ, ਜਿਵੇਂ ਘਰ ਵਿੱਚ ਰੋਜ਼ ਸ਼ਾਮ ਤੱਕ ਕੂੜਾ ਕਰਕਟ ਫੈਲ ਜਾਂਦਾ ਹੈ ਅਤੇ ਰੋਜ਼ ਸਵੇਰ ਉੱਠ ਕੇ ਕਰ ਦਿਓ ਨਾ, ਸਫਾਈਆਂ ਕਰ ਦਿਓ। ਮਹਿੰਗੇ ਭਾਅ ਦੇ ਬੰਦੇ ਰੱਖੇ ਨੇ ਤੁਸੀਂ, ਸਾਰਾ ਦਿਨ ਧਿਆਨ ਰੱਖ ਦਿਓ ਕਿਤੇ ਘਰ ਗੰਦਾ ਨਾ ਹੋ ਜਾਏ। ਅਤੇ ਜੇ ਕਿਸੇ ਚੰਗੇ ਵਧੀਆ ਰਿਸ਼ਤੇ ਮਹਿਮਾਨ ਨੇ ਆਉਣ 'ਤੇ ਕੀ ਕਰਨੇ, ਸਾਰਾ ਕੁਝ ਘਰ ਸਾਫ਼ ਕਰਦੇ ਆ।
ਇਸੇ ਤਰ੍ਹਾਂ ਹਿਰਦੇ ਰੂਪੀ ਘਰ ਦੇ ਵਿੱਚ ਵੀ ਗੁਰੂ ਕਰਤਾ ਦੀ ਨਾਮ ਕਲਾ ਨੂੰ ਵਸਾਉਣਾ ਚਾਹੁੰਦੇ ਹਾਂ ਤੇ ਹਿਰਦੇ ਘਰ ਨੂੰ ਵੀ ਸਾਫ਼ ਕਰੀਏ। ਪਿਆਰ ਵਾਲੇ ਕਦੇ ਕਦੇ ਬਚਨ ਪੜ੍ਹਦੇ ਹੋਗੇ, ਗਿਆਨ ਕੀ ਵੱਢਨੀ ਮਨ ਹੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ। ਜਿਵੇਂ ਘਰ ਦਾ ਵਿਹੜਾ ਸਾਫ਼ ਕਰਨ ਵਾਸਤੇ ਸਵੇਰੇ ਉੱਠ ਕੇ ਵੱਢਣੀ, ਜਿਹਨੂੰ ਪੰਜਾਬੀ 'ਚ ਬਹੁਕਰ ਕਹਿੰਦੇ ਆ, ਬਹੁਕਰ ਹੱਥ ਵਿੱਚ ਲੈ ਕੇ ਸਵੇਰੇ ਸਵੇਰੇ ਘਰ ਦੀਆਂ ਸਵਾਣੀਆਂ ਵਿਹੜਾ ਸਾਫ਼ ਕਰ ਰਹੀਆਂ ਹੁੰਦੀਆਂ ਨੇ, ਕਿਉਂਕਿ ਘਰ ਪਤਾ ਨਹੀਂ ਕਦੋਂ ਕੋਈ ਪ੍ਰਾਹੁਣਾ ਆ ਜਾਏ ਤੇ ਘਰ ਗੰਦਾ ਨਾ ਹੋਵੇ, ਸਫਾਈ ਹੋ ਰਹੀ ਹੁੰਦੀ ਹੈ। ਇਵੇਂ ਹੀ ਅੱਜ ਜਿਤਨੇ ਨਿਤਨੇਮੀ ਪ੍ਰੇਮੀ ਜਨ ਕੀ ਕਰ ਰਹੇ ਨੇ, ਗਿਆਨ ਦਾ ਝਾੜੂ ਲੈ ਕੇ ਸਿਰ ਸਿਰ ਆਪਣਾ ਹਿਰਦਾ ਸਾਫ਼ ਕਰ ਰਹੇ ਨੇ। ਗਿਆਨ ਕੀ ਵੱਢਨੀ ਮਨ ਹੋ ਹਾਥ ਲੈ, ਮਨ ਰੂਪੀ ਹੱਥਾਂ 'ਚ ਲੈ ਕੇ ਗਿਆਨ ਦਾ ਝਾੜੂ, ਕਾਤਰਤਾ ਕੁਤਵਾਰ ਬੁਹਾਰੈ। ਅੰਦਰ ਦੀ ਜੋ ਕਾਇਰਤਾਵਾਂ ਨੇ, ਭਾਵ ਮਾੜੇ ਕਰਤੱਵ ਨੇ, ਉਹਨਾਂ ਸਭ ਨੂੰ ਬੁਹਾਰ ਕੇ ਬਾਹਰ ਸੁੱਟ ਦਿੰਦੇ। ਬੜਾ ਪਿਆਰਾ ਬਚਨ ਪੜ੍ਹਿਆ ਹੋਣਾ ਹੈ, ਆ ਕਦੇ ਕਦੇ ਵੇਖਿਆ ਹੋਣਾ ਹੈ। ਸਾਡੇ ਵਿਹੜੇ 'ਚ ਬਹੁਤ ਸਾਰੇ ਨਿਆਣੇ ਇਕੱਠੇ ਹੋ ਕੇ ਬਾਲ ਕੇ ਖੇਡਦੇ ਹੋਣ, ਹੋਰ ਵੀ ਕੋਈ ਜੀ ਬੈਠੇ ਹੋਣ, ਅਸੀਂ ਕੁਝ ਨਹੀਂ ਕਹਿੰਦੇ, ਠੀਕ ਹੈ ਬੈਠੋ ਭਾਈ, ਪਰ ਸਾਡੇ ਘਰ ਮਹਿਮਾਨ ਆਉਣ ਵਾਲੇ ਹੋਣ, ਕੋਈ ਚੰਗਾ ਸਾਡਾ ਇੱਜ਼ਤਦਾਰ ਪ੍ਰਾਹੁਣਾ ਆਉਣ ਵਾਲਾ ਹੈ, ਤੇ ਅਸੀਂ ਫਿਰ ਬਚਨ ਜਾਓ ਬੱਚਿਓ ਆਪਣੇ ਆਪਣੇ ਘਰ ਜਾਓ, ਸਾਡੇ ਘਰ ਨਾ ਪ੍ਰਾਹੁਣੇ ਆਉਣ ਵਾਲੇ ਆ। ਮਹਾਰਾਜ ਵੀ ਕਹਿੰਦੇ ਕਿ ਨਸ ਵੰਜੋ ਕਿਲ ਵਿਖੋ, ਭਾਈ ਤੁਸੀਂ ਬਥੇਰਾ ਸ਼ੋਰ ਪਾ ਲਿਆ, ਬਥੇਰਾ ਰੱਪਾ ਪਾ ਲਿਆ, ਨਸ ਵੰਜੋ, ਨਸ ਜੋ। ਪਤਾ ਕਿਉਂ? ਕਰਤਾ ਘਰ ਆਇਆ, ਹੁਣ ਘਰ ਦਾ ਅਸਲ ਮਾਲਕ ਆ ਗਿਆ ਜੇ, ਹੁਣ ਮਾਲਕ ਆ ਗਿਆ, ਬਾਕੀ ਭੱਜ ਜੋ ਸਾਰੇ ਖਾਲੀ ਕਰ ਦਿਓ। ਨਸ ਵੰਜੋ ਕਿਲ ਵਿਖੋ, ਕਰਤਾ ਘਰ ਆਇਆ। ਤੇ ਜਿਹੜੇ ਨਹੀਂ ਨਸ ਕੇ ਜਾਂਦੇ, ਫਿਰ ਦੂਤੇ ਦਹਿਨ ਪਿਆ, ਫਿਰ ਉਹਨੂੰ ਸੜਨਾ ਪੈਂਦਾ। ਗੁਰਦੇਵ ਕਿਰਪਾ ਕਰਨ ਅਸੀਂ ਸਮਝ ਸਕੀਏ, ਇਹ ਚੋਜ ਵਿਡਾਣ ਤੇਰੇ ਨੇ, ਔਰ ਇਸ ਜਲ ਥਲ ਮਈਲ ਪੂਰਿਆ ਹੈ, ਤੂੰ ਹਰ ਥਾਂ ਤੇ ਹੈ, ਹਰ ਥਾਂ ਤੇ। ਅਸੀਂ ਤੇ ਬਸ ਪਵਿੱਤਰਤਾ ਨੂੰ ਪ੍ਰਾਪਤ ਕਰਨਾ ਹੈ, ਬਸ ਪਵਿੱਤਰ ਨਿਰਮਲ ਹੋਣਾ ਹੈ, ਉਹ ਹੈ, ਉਹ ਤੇ ਆਪੇ ਆ ਜਾਂਦਾ ਹੈ। ਇਸ ਨੂੰ ਸਮਝਣ ਵਾਸਤੇ ਅਸੀਂ ਕਈ ਵਾਰ ਸਿਆਣਿਆਂ ਤੋਂ ਦੇਖਿਆ, ਪੜ੍ਹਿਆ, ਸਮਝਿਆ ਹੈ ਕਿ ਜ਼ਮੀਨ ਪੁੱਟਣ ਦੀ ਜ਼ਰੂਰਤ ਹੈ, ਪਾਣੀ ਤੇ ਆਪੇ ਪ੍ਰਗਟ ਹੁੰਦਾ ਹੈ। ਪਾਣੀ ਨਹੀਂ ਕਿਤੇ ਲਿਆਉਣਾ ਪੈਂਦਾ, ਪਾਣੀ ਨਹੀਂ ਕਿਤੇ ਆਉਂਦਾ, ਬਸ ਸਾਨੂੰ ਉਨੀ ਕੁ ਮਿੱਟੀ ਪੁੱਟਣੀ ਪੈਂਦੀ ਹੈ, ਉਸ ਲੈਵਲ 'ਤੇ ਜਾਣਾ ਪੈਂਦਾ ਹੈ ਜਿੱਥੇ ਪਾਣੀ ਹੈਗਾ ਹੈ। ਆਹ ਬੋਰਿੰਗ ਕੀ ਹੈ? ਉਸ ਲੈਵਲ ਤੱਕ ਪਹੁੰਚ ਹੈ। ਪਾਣੀ ਤੇ ਅਸੀਂ ਖਿੱਚ ਹੀ ਲੈਣਾ, ਪਾਣੀ ਤੇ ਹੈਗਾ ਉੱਥੇ, ਪਰ ਸਾਡੇ ਤੇ ਉਸ ਪਾਣੀ ਦੇ ਦਰਮਿਆਨ ਕਿਤਨੀ ਵਿਚਕਾਰ ਮਿੱਟੀ ਪੈ ਗਈ ਹੈ, ਉਹ ਮਿੱਟੀ ਹਟਾਉਣੀ ਪੈਣੀ ਹੈ। ਸ਼ਾਇਦ ਆਪ ਨੂੰ ਯਾਦ ਹੋਵੇ, ਸਤਿਗੁਰੂ ਪਾਤਸ਼ਾਹ ਸਾਹਿਬ ਜੀ ਨੇ ਆ ਜਿਹੜੇ ਸਰੋਵਰ ਬਣਾਏ ਨੇ, ਹੁਣ ਅਸੀਂ ਆਰਟੀਫਿਸ਼ਲ ਪਾਣੀ ਪਾਉਂਦੇ ਹਾਂ ਮੁਬਾਰਕ, ਠੀਕ ਹੈ, ਪਰ ਮਹਾਰਾਜ ਨੇ ਤਾਂ ਆਰਟੀਫਿਸ਼ਲ ਪਾਣੀ ਨਹੀਂ ਪਏ ਨੇ, ਜਾਂ ਤਾਂ ਕੁਦਰਤੀ ਬਰਸਾਤਾਂ ਦਾ ਪਾਣੀ ਆਉਂਦਾ, ਅਤੇ ਜਾਂ ਉਦੋਂ ਅੱਜ ਕੱਲ੍ਹ ਚਲੋ ਸਮਝ ਸਕਦੇ ਕਿ ਵਾਟਰ ਲੈਵਲ ਹੀ ਇੰਨਾ ਉੱਚਾ ਹੈ ਕਿ ਪਾਣੀ ਆਪਣੇ ਆਪ ਭਰ ਜਾਂਦਾ। ਬਸ ਤਲਾਬ ਸਰੋਵਰ ਪੁੱਟਿਆ ਹੈ ਕਿ ਪਾਣੀ ਆਪਣੇ ਆਪ ਆ ਗਿਆ। ਹੁਣ ਕੋਈ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦਾ, ਸਮਝਦਾ ਗੱਲ ਵੱਖਰੀਆਂ ਨੇ, ਪਰ ਅਸਾਂ ਸੁਣਿਆ ਹੈ, ਵੱਡਿਆਂ ਦੀ ਸੰਗਤ ਬੈਠਿਆ ਅਤੇ ਪੜ੍ਹਿਆ ਵੀ ਹੋਣਾ ਆਪਣੇ ਸਾਰੇ ਰਲ ਕੇ, ਕਿ ਜਦੋਂ ਭਾਈ ਤਾਲ ਪੁੱਟਿਆ ਨਾ, ਤੇ ਵਿੱਚ ਕੀ ਹੋਇਆ, ਉਦੋਂ ਉੱਥੇ ਅੰਮ੍ਰਿਤ ਜਲ ਛਾਇਆ, ਅੰਮ੍ਰਿਤ ਜਲ ਆਪਣੇ ਆਪ ਪ੍ਰਗਟ ਹੋਣ ਲੱਗ ਪਿਆ। ਪੂਰਨ ਤਾਲ ਖਟਾਇਆ, ਜਦੋਂ ਪੂਰਨ ਤਾਲ ਪੁਟਾਈ ਹੋ ਗਈ ਤੇ ਅੰਮ੍ਰਿਤ ਜਲ ਛਾਇਆ, ਉਦੋਂ ਘਰ ਬਣ ਗਿਆ। ਉਦੋਂ ਸੋਹਣਾ ਸੁੰਦਰ ਤਲਾਬ ਦੇ ਵਿੱਚੋਂ ਅੰਮ੍ਰਿਤ ਪ੍ਰਗਟ ਹੋਣ ਲੱਗ ਪਿਆ। ਜਿਸ ਕਾ ਕਾਰਜ ਨਹੀਂ ਕੀਆ ਮਾਨਸ ਕਿਆ ਵਿਚਾਰ ਰਾਮ ਹੋਣ ਲੱਗ ਪਿਆ। ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਮਿਹਨਤ ਕੀਤੀ ਤੇ ਕਰਤਾ ਪ੍ਰਗਟ ਹੋ ਗਿਆ। ਅਸੀਂ ਵੀ ਬਸ ਮਿਹਨਤ ਕਰੀ, ਉੱਥੇ ਹੈ, ਉੱਥੇ ਹੈ, ਬਸ ਸਾਨੂੰ ਉੱਥੇ ਆਪ ਨੂੰ ਉੱਥੇ ਪਹੁੰਚਣ ਦੀ ਜ਼ਰੂਰਤ ਹੈ, ਉੱਥੇ ਹੈ। ਇਹੀ ਤੇ ਜਿਨ੍ਹਾਂ ਨੂੰ ਉੱਥੇ ਪਹੁੰਚ ਬਣ ਗਈ, ਜਿਨ੍ਹਾਂ ਦੀ ਸਾਨੂੰ ਕੋਈ ਸਮਝ ਨਹੀਂ ਆ ਰਹੀ ਨਾ, ਪਰ ਜਿਨ੍ਹਾਂ ਦੀ ਪਹੁੰਚ ਉੱਥੇ ਬਣ ਗਈ, ਉਹ ਕਹਿੰਦੇ ਨੇ ਜੈ ਜੈ ਦੇਖਾਂ ਤੈਂ ਜੋਤ ਤੁਮਾਰੀ। ਉਹ ਤੇ ਕਹਿੰਦੇ ਮੈਂ ਹੁਣ ਜਿੱਧਰ ਦੇਖਦੇ ਉੱਧਰ ਤੂੰ ਹੀ ਤੂੰ ਹੈ। ਪਰ ਅਸੀਂ ਚੁੱਕੀ ਇਹਨਾਂ ਦੂਰ ਹਾਂ, ਇਸ ਕਰਕੇ ਸਾਨੂੰ ਆਪਣੇ ਅੰਦਰ ਹੀ ਨਹੀਂ ਪਤਾ ਲੱਗਾ। ਅਸੀਂ ਜਿੱਥੇ ਪੂਜਾ ਪਾਠ ਕਰਦੇ ਸਾਨੂੰ ਉੱਥੇ ਵੀ ਨਹੀਂ ਸਮਝ ਆਈ ਵੀ ਉੱਥੇ ਹੈਗਾ ਕਿ ਨਹੀਂ ਹੈਗਾ। ਇੱਥੇ ਵੀ ਸਾਨੂੰ ਖਿਮਾ ਕਰਨਾ, ਸਾਡੇ ਹਿਰਦਿਆਂ 'ਚ ਸ਼ੱਕ ਹੈ ਨਾ ਵੀ ਅਸੀਂ ਅਰਦਾਸ ਤੇ ਕੀਤੀ, ਪਤਾ ਨਹੀਂ ਸੁਣਦਾ ਕਿ ਨਹੀਂ ਸੁਣਦਾ, ਗੁਰੂ ਹੈਗੇ ਵੀ ਕਿ ਨਹੀਂ ਹੈਗੇ, ਰੱਬ ਹੈਗਾ ਕਿ ਨਹੀਂ ਹੈਗਾ। ਸਾਨੂੰ ਇੱਥੇ ਬੈਠਿਆਂ ਨੂੰ ਵੀ ਸ਼ੱਕ ਹੈ, ਅਤੇ ਸਾਡੇ 'ਚੋਂ ਬਹੁਤੇ ਜੀ ਜਿਹੜੇ ਬਾਹਰ ਲੋਕਾਂ 'ਚ ਅਸੀਂ ਉਪਦੇਸ਼ ਦਿੰਦੇ ਹਾਂ ਵੀ ਭਾਈ ਆਹ ਪਾਠ ਕਰਿਆ ਕਰੋ, ਪੂਜਾ ਕਰਿਆ ਕਰੋ, ਇੱਦਾਂ ਨਿਤਨੇਮ ਕਰਿਆ ਕਰੋ, ਆਹ ਕਰਿਆ ਕਰੋ, ਆਹ ਕਰਿਆ ਕਰੋ।
ਆਪਣੇ ਅੰਦਰ ਬਹਿਨੇ ਪਤਾ ਨਹੀਂ ਰੱਬ ਕਿੱਥੇ, ਮੇਰੀ ਤੇ ਸੁਣਦਾ ਹੀ ਨਹੀਂ। ਪਤਾ ਨਹੀਂ ਲੋਕਾਂ ਨੂੰ ਕੀ ਇਹਨਾਂ ਨੂੰ ਇੰਨਾ ਕੁਝ ਦਿੱਤਾ, ਸਾਨੂੰ ਤਾਂ ਦਿੱਤਾ ਹੀ ਨਹੀਂ। ਸਾਨੂੰ ਵੀ ਤਾਂ ਸ਼ੱਕ ਹੈ, ਕਿਉਂਕਿ ਅਸੀਂ ਉਤਲੇ ਕਿਨਾਰਿਆਂ 'ਤੇ ਬੈਠੇ, ਪਹਾੜੀਆਂ 'ਤੇ ਬੈਠੇ ਹਾਂ, ਆਪਣੇ ਅੰਦਰ ਦੇ ਖੁਸ਼ਕ ਮੈਦਾਨਾਂ 'ਚ ਬੈਠੇ ਹਾਂ, ਅਤੇ ਖੁਸ਼ਕੀਆਂ ਦੇ ਥਾਂ 'ਤੇ ਪਾਣੀ ਨਹੀਂ, ਨਿਬਾੜਾਂ 'ਚ ਪਾਣੀ ਹੁੰਦਾ। ਅਸਾਂ ਦੀ ਹਾਲਤ ਟਿੱਬੇ 'ਤੇ ਉਹਨਾਂ ਹਾਲਤਾਂ ਕਿ ਮੀਂਹ ਪਿਆ ਭਿੱਜੇ ਫਿਰ ਸੁੱਕੇ ਰਹਿ ਗਏ, ਪਰ ਜਿਹੜੇ ਹੇਠਾਂ ਇਸੇ ਕਰਕੇ ਦਿਨ ਭਾਈ ਹਿਰਦੇ ਦੀਆਂ ਗਹਿਰਾਈਆਂ, ਪੁਰਾਣਾ ਫਿਲਾਸਫਿਕ ਸ਼ਬਦ ਹੈ ਨਾ, ਹਿਰਦੇ ਦੀ ਗਹਿਰਾਈ 'ਚੋਂ, ਅਤੇ ਹਿਰਦੇ ਦੀ ਗਹਿਰਾਈ ਕੋਈ ਸੁਖੂਤਰਾ ਪੁੱਟਣਾ ਹੈ, ਵਿਚਾਰਾਂ ਕਰਕੇ ਗਹਿਰੇ ਜਾਣਾ, ਅਤੇ ਜੋ ਵਿਚਾਰ ਕਰਕੇ ਸ਼ਾਂਤ ਹੋ ਜਾਵਾਂਗੇ ਅਤੇ ਫਿਰ ਪਤਾ ਲੱਗੇਗਾ ਹੈ ਜਿਹੜੇ ਪਹੁੰਚੇ ਨੇ ਉਹ ਕਹਿੰਦੇ ਨੇ ਜਹ ਜਹ ਦੇਖਾਂ ਤੈਂ ਜੋਤ ਤੁਮਾਰੀ, ਮੈਂ ਤੇ ਜਿੱਧਰ ਦੇਖਦਾ ਉੱਥੇ ਤੇਰੀ ਜੋਤ ਹੀ ਲਟ ਲਟ ਕਰਕੇ ਬਲਦੀ ਹੈ। ਉਹ ਬੜਾ ਸੁੰਦਰ ਸਰੂਪ ਹੈ, ਸ਼ਬਦ ਨੂੰ ਕਿਤੇ ਠਹਿਰ ਕੇ ਪੜ੍ਹ ਕੇ ਦੇਖਣਾ। ਜਹ ਜਹ ਦੇਖਾਂ ਤੇ ਜੋਤ ਤੁਮਹਾਰੀ, ਤੇਰਾ ਰੂਪ ਕਿਨੇਹਾ, ਇਕਤ ਰੂਪ ਫਿਰੇ ਪ੍ਰਸ਼ੰਨਾ, ਕੋਈ ਨਾ ਕਿਸੀ ਜਿਹਾ। ਦੋ ਸਰੂਪ ਨਜ਼ਰ ਆਉਣਗੇ, ਚਿਹਰੇ ਸਾਡੇ ਤੁਹਾਡੇ ਸਭ ਦੇ ਅਲੱਗ ਅਲੱਗ ਨੇ, ਕੋਈ ਨਾ ਕਿਸੀ ਜਿਹਾ। ਚਿਹਰਿਆਂ ਕਰਕੇ ਸਾਡੇ ਸਭ ਦੇ ਚਿਹਰੇ ਅਲੱਗ ਨੇ। ਬਾਹਰਲੇ ਗੁਣ, ਬਾਹਰਲੀਆਂ ਅਵਸਥਾਵਾਂ ਸਾਡੀਆਂ ਅਤੇ ਬਨਸਪਤੀ ਦੀਆਂ ਅਤੇ ਪਸ਼ੂ ਜਗਤ ਦੀਆਂ ਸਭ ਦੀਆਂ ਅਲੱਗ ਅਲੱਗ ਨੇ। ਇਹਨੂੰ ਜੋ ਸ਼ਬਦਾਵਲੀ ਸਾਹਿਤਕ ਉਹਨੂੰ ਗੁਣ ਧਰਮ ਕਹਿੰਦੇ ਨੇ। ਬਾਹਰਲੇ ਸਾਡੇ ਸਾਰਿਆਂ ਦੇ ਗੁਣ ਅਤੇ ਧਰਮ ਅਲੱਗ ਅਲੱਗ ਨੇ। ਭਾਈ ਕੋਈ ਕਿਸੇ ਰੰਗ 'ਚ ਬੈਠਾ ਹੈ, ਸਭ ਦੇ ਵਿੱਚ ਗੁਣ ਅਤੇ ਧਰਮ ਅਲੱਗ ਅਲੱਗ ਨੇ। ਵਿਰੋਧੀ ਗੁਣ ਅਤੇ ਧਰਮ ਹੁੰਦੇ ਨੇ, ਕਿਤੇ ਕਿਤੇ ਤਾਂ ਵਿਰੋਧੀ ਹੁੰਦੇ ਨੇ। ਆਪਾਂ ਇੱਕ ਦਿਨ ਵਾਚਦੇ ਸਾਂ ਵੀ ਦੋ ਜੀਅ ਸੰਸਾਰ 'ਚ ਵਿਚਰਦੇ ਨੇ, ਦੋਨੋਂ ਆਪਣੇ ਬਾਲਕਾਂ ਨੂੰ ਪਾਲਣ ਦਾ ਯਤਨ ਕਰਦੇ ਨੇ, ਗੁਜ਼ਰਾਨ ਲਈ ਅਰਦਾਸ ਕਰਦੇ ਨੇ, ਹੋਣਗੇ ਆਪਣੇ ਮੰਡਲ ਨੇ ਉਹਨਾਂ ਦੇ, ਪਰ ਇੱਕ ਦੂਜੀ ਦੀ ਖੁਰਾਕ ਹੈ, ਦੋਨਾਂ 'ਚੋਂ ਇੱਕ ਹੀ ਤੇ ਬਚੇਗਾ, ਜਾਂ ਹਿਰਨ ਬਚੇਗਾ ਜਾਂ ਸ਼ੇਰ ਬਚੇਗਾ। ਫਿਲਾਸਫੀ 'ਚ ਬਹੁਤ ਦਰਦਨਾਕ ਜਿਹਾ ਸੀਨ ਹੁੰਦਾ ਹੈ ਜਦੋਂ ਕੋਈ ਅਸੀਂ ਪੜ੍ਹਦੇ ਹਾਂ ਵੀ ਕਿ ਹਿਰਨੀ ਮਾਂ ਆਪਣੇ ਬੱਚਿਆਂ ਦੀ ਸੁੱਖ ਮੰਗਦੀ ਹੈ ਅਤੇ ਇੱਕ ਸ਼ੇਰਨੀ ਮਾਂ ਆਪਣੇ ਬੱਚਿਆਂ ਦੀ ਸੁੱਖ ਮੰਗਦੀ ਹੈ। ਦੋਨੋਂ ਆਪਣੇ ਬੱਚੇ ਪਾਲਣ ਵਾਸਤੇ ਤਿਆਰ ਬੈਠੀਆਂ ਨੇ, ਪਰ ਸੱਚ ਇਹ ਹੈ ਕਿ ਦੋਨਾਂ 'ਚੋਂ ਇੱਕ ਦਾ ਮਰਨਾ ਕੁਦਰਤੀ ਹੈ, ਕਿਉਂਕਿ ਹਿਰਨ ਦੇ ਬੱਚੇ ਸ਼ੇਰ ਦੇ ਬੱਚੇ ਨੂੰ ਤਾਂ ਮਾਰ ਕੇ ਖਾ ਨਹੀਂ ਸਕਦੇ, ਪਰ ਸ਼ੇਰ ਨੇ ਤੇ ਹਿਰਨ ਦੇ ਬੱਚੇ ਮਾਰ ਕੇ ਖਾ ਹੀ ਜਾਣੇ ਨੇ। ਇਹ ਤਾਂ ਕੁਦਰਤ ਅਟਲ ਨਿਯਮ ਹੈ, ਇਹਨੂੰ ਤਾਂ ਬਦਲੇ ਨਹੀਂ ਜਾ ਸਕਦਾ। ਅਸੀਂ ਬਥੇਰਾ ਉਦੋਂ ਕਹਿੰਦੇ ਦੇਖੋ ਜੀ ਆਹ ਬੜਾ ਦੁਰਦ ਹੈ, ਬੜਾ ਜ਼ੁਲਮ ਹੈ, ਬੜਾ ਮਜ਼ਲੂਮ ਹੈ, ਬੜਾ ਕੋਮਲ ਹੈ, ਪਰ ਇਹ ਕੁਦਰਤ ਇਹ ਹੈ। ਕੁਦਰਤ ਦਾ ਅਟਲ ਨਿਯਮ ਇਹ ਹੈ ਕਿ ਜੇ ਉਹਦੇ ਬੱਚੇ ਪਲਣੇ ਨੇ ਤੇ ਇਹਦੇ ਬੱਚਿਆਂ ਨੂੰ ਮਰਨਾ ਹੀ ਪੈਣਾ ਹੈ, ਤਦ ਹੀ ਉਹ ਬੱਚੇ ਪਲਣੇ ਨੇ, ਕਿਉਂਕਿ ਉਹਨਾਂ ਨੂੰ ਜੂਨ ਮਿਲੀ ਸ਼ੇਰ ਦੀ, ਕਿਉਂਕਿ ਇੱਕ ਦੇ ਵਾਸਤੇ ਦੂਜਾ ਖੁਰਾਕ ਹੈ। ਬਸ ਫਰਕ ਕੀ ਹੈ, ਜਿਹੜਾ ਅਸੀਂ ਕਦੇ ਕਦੇ ਕਹਿੰਦੇ ਵਡੱਪਣ, ਇੱਕ ਹੀ ਦੂਜੇ ਦੀ ਖੁਰਾਕ, ਅਤੇ ਹੌਲੀ 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 ਜਿਹੜੇ ਅੱਜ ਹਿਰਨ ਦੇ ਬੱਚੇ ਨੇ ਨਾ, ਸਾਨੂੰ ਇਸ ਗਿਆਨ ਦਾ ਗਿਆਨ ਨਹੀਂ, ਜਿਹੜੇ ਅੱਜ ਹਿਰਨ ਦੇ ਬੱਚੇ ਨੇ ਇਹਨਾਂ ਨੇ ਹੀ ਸਮਾਂ ਪਾ ਕੇ ਸ਼ੇਰ ਦੇ ਬੱਚੇ ਬਣਨਾ ਹੈ। ਅਤੇ ਜੇ ਸ਼ੇਰ ਦੇ ਬੱਚੇ ਬਣੇਗੇ ਤਾਂ ਫਿਰ ਅਗਲਾ ਮਨੁੱਖੀ ਮੰਡਲ ਇਹਨਾਂ ਨਾਲ ਹੀ ਖੁੱਲ੍ਹਣਾ ਹੈ, ਕਿਉਂਕਿ ਇਹ ਖੁਰਾਕ ਬਣਦੇ ਆਏ ਨੇ, ਖੁਰਾਕ ਬਦਲਦੀ ਆਈ ਹੈ, ਔਰ ਇਹ ਤਰੱਕੀ ਕਰਦੇ 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 ਫਿਰ ਸਾਡੇ 'ਚ ਪਹੁੰਚ ਜਾਂਦੇ ਨੇ। ਸਾਡੇ 'ਚ ਆ ਕੇ ਅਤੇ ਸਾਡੇ 'ਚੋਂ ਹੌਲੀ ਹੌਲੀ ਬੜੇ ਲੋਕਾਂ ਨੂੰ ਅਸੀਂ ਵਰਤ ਕੇ ਆਏ ਇੱਥੇ, ਪਤਾ ਨਹੀਂ ਕਿਤਨੇ ਕੁ ਜੀਆਂ ਨੂੰ ਵਰਤ ਕੇ ਇੱਥੇ ਬੈਠੇ ਹਾਂ। ਅਸੀਂ ਕੋਈ ਸੱਚੇ ਦੁੱਧ ਦੇ ਧੁੱਲੇ ਥੋੜ੍ਹਾ ਬੈਠੇ ਹਾਂ, ਪਤਾ ਨਹੀਂ ਕਿਤਨੇ ਕੁ ਮਨੁੱਖਾਂ ਦੀ ਮਿਹਨਤਾਂ ਮਸ਼ੱਕਤਾਂ ਵਰਤ ਕੇ, ਖਾ ਕੇ, ਹੰਡ ਕੇ, ਹੰਡਾ ਕੇ, ਸਭ ਭੁੱਲ ਭੁਲਾ ਕੇ ਅਸੀਂ ਸ਼ਾਂਤ ਹੋ ਕੇ ਬੈਠੇ ਹੋਏ ਹਾਂ। ਕੁਦਰਤੀ ਵਰਤੇ ਆਏ, ਬਿਨਾਂ ਗੁਨਾਹ ਕੀਤੇ, ਬਿਨਾਂ ਝੂਠ ਬੋਲੇ ਵੀ ਤਾਂ ਵੀ ਅਸੀਂ ਕਿਸੇ ਦੀ ਮਿਹਨਤਾਂ ਨੂੰ ਵਰਤਦੇ ਹਾਂ। ਔਰ ਇਹੀ ਤੇ ਕੁਦਰਤ ਦਾ ਅਟਲ ਨਿਯਮ ਹੈ, ਇਹੀ ਤੇ ਉਹਦਾ ਚੋਜ ਵਿਡਾਣ ਹੈ ਕਿ ਹਰ ਇੱਕ ਜੀਅ ਦੇ ਵਿੱਚ ਆਪ ਹੈ ਅਤੇ ਰਸ ਹੀ ਆਪ। ਇਸ ਰਸ ਨੂੰ ਕਦੇ ਮੰਨਣਾ ਹੋਵੇ ਨਾ, ਅਤੇ ਠਹਿਰ ਕੇ ਪਾਤਸ਼ਾਹ ਦਸ਼ਮੇਸ਼ ਤੇ ਅਕਾਲ ਉਸਤਤ ਦੇ ਕੁਝ ਸਵਈਏ ਪੜ੍ਹਨਾ, ਜਿੱਥੇ ਕਹਿੰਦੇ ਨੇ ਕਹੂੰ ਦੇਵਤਾਨ ਕੇ ਬਿਰਾਜ ਮੈਂ ਦੀਵਾਨ ਮੈਂ ਬਿਰਾਜਮਾਨ। ਹੇ ਅਕਾਲ ਪੁਰਖ ਵਾਹਿਗੁਰੂ, ਕਿਤੇ ਤੁਸੀਂ ਦੇਵਤਿਆਂ ਦੇ ਦੀਵਾਨਾਂ 'ਚ ਬੈਠੇ ਵੇਦ ਸ਼ਾਸਤਰ ਪੜ੍ਹਦੇ ਹੋ, ਕਿਤੇ ਤੁਸੀਂ ਪੁਰਾਨ ਅਤੇ ਕੁਰਾਨ ਪੜ੍ਹਦੇ ਹੋ, ਅਤੇ ਕਿਤੇ ਦਾਨਵਾਨ ਦੀ ਸਭਾ 'ਚ ਬੈਠੇ ਹੋਏ ਦੇਵਤਿਆਂ ਦੇ ਵਿਰੋਧ ਵਿੱਚ ਬੈਠੇ ਉਲੀਕਦੇ ਹੋ। ਦੇਵਤੇ ਅਤੇ ਦੈਂਤਾਂ ਦਾ ਜ਼ਿਕਰ ਭਾਰਤੀ ਦਰਸ਼ਨ ਸਦੀ ਵੀ ਕਾਲ ਤੋਂ ਹੈ, ਅਤੇ ਦੋਨੋਂ ਹੀ ਇੱਕੇ ਪ੍ਰਮਾਤਮਾ ਦੀ ਆਰਾਧਨਾ ਕਰਦੇ ਨੇ। ਦੇਵਤੇ ਵੀ ਉਸੇ ਮਹਾਕਾਲ ਦੀ ਆਰਾਧਨਾ ਕਰਦੇ ਨੇ, ਅਤੇ ਦੈਂਤ ਵੀ ਉਸੇ ਮਹਾਕਾਲ ਦੀ ਆਰਾਧਨਾ ਕਰਦੇ ਨੇ। ਮਜ਼ੇ ਦੀ ਗੱਲ ਹੈ ਕਿ ਆਪਸ ਵਿੱਚ ਇੱਕ ਦੂਜੇ ਦੇ ਖੂਨ ਦੇ ਪਿਆਸੇ ਨੇ, ਲੜਦੇ ਵੀ ਨੇ।
क्योंकि वो आप ही आप है। और यही सानू राह समझाया गया वो सब थां ते सारे रसां दे विच विरोधी रस लगते ने सानू, पर ਉਹਦੇ ਲਈ विरोधी नहीं गे, विरोधी तत्त मिलते नहीं। तो अगली गल बन जाती है। कुदरती तौर पर विज्ञान दसिया ना कि एक अर्थ है तो एक करंट है, पर जो जुड़ते हैं तो ताकत पैदा हो जाती है। यही तो सर तेरा रूप किने हाँ, असलीयत में तेरा की रूप है सानू नहीं पता, अज तक नहीं जुग जान सके। इसे करके गुरु नानक कहते निरंकार है, क्योंकि गुरु नानक जी ने गल ही मुकाती कि भाई वो रूप लभण की कोशिश ही मत करना, है पर अरूप है। अरूप इस करके है क्योंकि सानू केवल बाहरला स्वरूप देखने की आदत बनी है। जदों असीं अगे जावांगे ना, नहीं पकड़ पावांगे कैसा है। कदे आपने वेखे जिन्होंने स्विमिंग करन दा शौक है जां अभ्यास है, असीं बाहरों पानी नूं देखदे हां, कदे पानी की डूंघाई विच अखां खुली होण किसे दियां, हालांकि खुलदियां नहीं छेती कीतियां। पानी दे विच अखां खुली होण ते कि पानी कैसा नज़र आउंदा है, फिर पानी नहीं हुंदा। अखां खुलदियां नहीं गईयां, पर मन लिया जाए कि कोई पानी दे विच डूंघा जाके अखां खोल बैठे तो फिर पानी कैसा मैं है ही नहीं, फिर पानी को वखरा नहीं है, क्योंकि ये पानी दे विच आ। इसे करके पानी फिर अरूप है, बनता कोई रंग नहीं का। जैसा रंग पा दो कोई पानी का वैसा ही रंग है। इसे करके पानी अपना कोई रंग ना होंदियां होइयां भी जदों सानू किते धरती ते पानी दिखाना हुंदा है ते आसमान का रंग असीं उह च पा देने आ। आसमानी रंग ही समुद्र का रंग मन्निया जाता है। तो बेसिकली आसमान का भी कोई रंग नहीं गा, ये भी रंग बदलते रहते हैं। ऊंचाइयां ते जिन्होंने जाण दा अध्ययन करने का शौक न पता है कि ज्यों ज्यों ऊंचाइयां ते जाते जावांगे आ रंग नीले तो बदल के भूरा तो हौली हौली बदलता बदलता शाह काला हो जाएगा, रंग बदल जाएगा, क्योंकि वह रंग कोई है ही नहीं। बस उन्ना को सानू समझ आता, जेड़े रंगां दा सानू पहचान है, सानू पकड़ है, सानू वो रंग नज़र आ जाता है। मन लिया जाए किसी को अज तक लाल रंग दिखाया ही नहीं गया, पता ही नहीं, वो वास्ते फिर लाल रंग नहीं है। जिसने दूजा कोई रंग नहीं दसिया गया भी आ रंग कोई है, वो वास्ते वो रंग नहीं है। परमात्मा का इसी तरह कोई रंग नहीं है। एक द्रु फिरे प्रसन्ना कोई न किसी ही जिहा, एक होंदियां होइयां भी साडे सारियां दे स्वरूप बनतरां अलग अलग ने। असीं एक वर्गा दूजा नहीं गा। असीं कुदरत दे रहस नूं वेखना होवे जिथे साडे सारिਆਂ ਦੇ चेहरे मोहरे अलग अलग ने। एक रुख के पत्तियां की बनतर नूं ते देख लीए, हर पत्ते की बनतर अलग है, हर फुੱਲ की बनतर अलग है, इत्थों तक कि उन्होंने फलों के स्वाद भी अंतर अलग है, पर फिर भी एक रूप है। साडे सारिਆਂ दे पता नहीं सी हज़ारां करोड़ां मनुख धरती ते तुरे फिरदे आ, पर सब दे फिंगरप्रिंट करते ने अलग बनाए ने। एक वर्गा दूजे का तो नहीं ना, कोई न किसी ही जिहा। यही तो करते का विडान रूप है, विशाल रूप है। उत्थे रिपीट भी है तो रिपीट नहीं, एक पासा दा बार बार रिपीट है, वो इक्को जिही रहिंदा, एक ही रहिंदा बार बार, हर रूप बदल के वो रिसाइकल जिवें अजकल अंग्रेजी शब्द बन गया, वो सब कुछ वैसा ही रहिंदा है, उन्होंने कुछ फर्क ही नहीं पैंदा। पर दूसरा पासा उहदा एक बार वरतिया दोबारा कते हुंदा ही नहीं। असलीयत विच अंडज जेरज उत्वज स्वेतज, कुदरत दे विच प्रगट होने दे जन्म लैण दे ये चार तरीके बनाए ने। ज्ञानियां चार तरीके वंडे ने, कुदरत ने अपनी मौजी वरताई है, उन्हें ते वंड नहीं पाई। पर साडे ज्ञानियां दसिया भी भाई संसार विच जन्म के चार तरीके ने। अंडज जेरज, कुछ आंडियां तो पैदा होंदे ने, कुछ ज़ेवर तो पैदा होंदे ने, कुछ उत्पुज ने जो मिट्टी तो जिवें बनस्पति पैदा होंदी है, तो कुछ भाई स्वेतज जो मुड़ के आदि तो सुते सिद्धि पैदा हो जाते हैं। ये सब तेरे कीते जनता, तेरे बनाए ने ना, क्योंकि इन्हां सारियां दे विच जोत ते तेरी है ना। एक पुरब मैं तेरा देखिया, इत्थे पुरब का भाव है वडप्पण, तेरी वडियाई, तेरी बख्शिश। वो जिसनों असीं मान ही नहीं पाए, दस नहीं पाए, समझ नहीं पाए, तो सबना माए रवंता। उंज साडे सब दे गुण धर्म अलग अलग ने। साडे ते जो आंडियां तो पैदा होंदे ने गुण धर्म अलग अलग ने, साडे ते वनस्पति के हिसाब किताब अलग अलग ने।
पर एक गल होर सच जे असीं सारे पंजां तत्तां तो छेवां तत्त नहीं गा। भावें 4 खाणियां चों किसी भी खाणी विच किसी जी नूं वक़्त मिले है, पर छेवां तत्त ते इत्थे नहीं आना। बड़ा प्यारा बचन पाठ करन वाले पढ़िया होएगा, जिहड़े करत रब दी बनाई कुदरत च अपने आप नूं बड़ा वड्डा मनण दा गुमान कर बैठे कि देखो असीं इदां कर देने, असीं पानी बना देने, असीं फूक मारी अग प्रगट कर देने, उन्हां नूं पावन बाणी च बड़ा प्यारा बचन है कि भाई पंच तत्त कर सृष्ट तुध साजी। साडे करता पुरख वाहिगुरू जी ने, वाहिगुरू तुसां पंजां तत्तां दी सृष्टि साज दित्ती ना। आ जिहड़े दुनिया दे अपने आप नूं कहंदे असीं बड़े वड्डे हो गए, कोई छेवां करियो, ले बना लो भाई, सारे ज्ञानी ध्यानी इकट्ठे हो के कोई छेवां तत्त बना लो, ते अज तक ते बनिया नहीं। विग्यानकां ने इन्हां पंजां तत्तां दी ही व्याख्या कीती है। ठीक है, उन्हां अपने तरीके दे नाल बहुत बेहतरीन ते बारीक व्याख्यावां इन्हां पंजां तत्तां दी कीतियां ने, और एक एक तत्त दे उन्हां कई रूप प्रगट कर दिते ने। आ जितने पदार्थ खणज ने, दुनिया पदार्थ सारे मिट्टी के तत्त ने ना, मिट्टी के ही अलग अलग रूप ने, विरोधी रूप ने। पानी के कितने मोटे मोटे रूप असां देख लए, हवा दे विच कितने रूप ने, ये विग्यानक लभी जाते हैं। कितनी गैसां नवीआं तो नवीआं ईजाद करते हैं, लभते हैं, सब हवा का रूप ही तो ने। लेकिन उन्हें ये तो नहीं कहना किसी ने असीं नवा कुछ बनाता, नहीं, हवा नहीं नवीं बनती। इन्हां सारिਆਂ ਵਿੱਚ तू आप है, सारिਆਂ ਵਿੱਚ रवंता तू आप है। फिर काम असीं कर सकते जो महाराज सानूं दिता होया, तेरे गुण बहुते मैं एक न जाणिया। हे सच्चे पातशाह, तेरे गुण कितने कुर ने मैनूं नहीं पता लगा। क्योंकि असीं तो इन्ना ही कह सके ना कि भाई असां तो 2 4 10 गुणां की गल कीती होएगी। जिन्हों असीं गुण कहने अजकल स्किल कहन लग पे हो, असीं इन्हां गुण कहने होए आ, पर असीं जपजी साहिब पाठ करन वाले जानदे कि महाराज दसते ने वेण गुण कीते भगत ना होए। वो गुरु नानक जो गुणों की गल करते हैं, तो जिन्होंने आपां गुण कहने इन्हां गुणों की व्याख्या महाराज नहीं कर रहे, ये तो बदल जाते, साढ़े सारे दे बदलते हैं। और हो सकता कोई व्यक्ति दुनियावी तरीके दे नाल कोई बहुत वड्डा स्किल दा हुनरमंद ना होवे, पर गुरु नानक दे बख्शे गुण उहदे को होणगे। क्योंकि अध्यात्मक मंडल विच पहला गुण सत ही है। हो सकता साढ़े चों कोई बहुत अंग्रेजी वधिया ना बोल पाता होवे, पर सच्चा सुच्चा तो हो सकता ना। कोई बहुत वधिया विज्ञानक नहीं है, कोई डॉक्टर नहीं है, पर सच्चा सुच्चा तो हो सकता ना। क्योंकि ये तो बाहरों असीं सिੱਖਿਆ, पर सत प्रगट हुंदा जे, सत प्राप्त करना हुंदा जे। ये सत रूपी गुण जिहदी व्याख्या, जिहदा आधार संपूर्ण गुरबाणी च बार बार दिता गया, और पढ़िया जिन्हें पाठ किए बहुत थावां ते सत सत का जिक्र किया गया। गल मुका दे कि आप सत किया सब सत, और यही सत का जो गुण है असां ग्रहण करना है। जो कुदरत विच सियाणे मनते ने कि असीं जिस व्यक्ति दे नाल जुड़े होने आ, उन्हां दे गुण साडे विच प्रगट होने चाहिए ने, तद ही जुड़े होने का असल स्वरूप समझ आंदा है। जिसकी पूजा पाठ ते आराधना करते हो, उहदे गुण साडे विच आउणे चाहिए ने। और कुदरत का जो पूजा पाठ सिमरन भजन का जो अत्यंत सफलता का मुकाम है, वो यही मन्निया जाता है कि सिख दे विच अपने गुरु के गुण उतर जाने चाहिए ने, तद ही इहदी सिक्खी सिरे ते जाती है, नहीं तो अधूरा है। आ जितने संसार के जिन्होंने आपां हुनर कहने आ, आखिर अध्यापकों उस्तादां दे कोल बैठे सिੱਖੇ तो उन्हां वर्गा गुण आ जाता ना। आ बच्चों के कोल अपने अध्यापकों के गुण आ जाते हैं। आ जितने संगीत शास्त्र विच संगीताचार्य ने, उन्होंने सैकड़े विद्यार्थी होंदे ने, ते जदों किते वो संगीत वजाते हैं, संगीत की महारतां रखण वाले जानते हैं ना, फिर वो किसी के संगीत नूं देख के सुन के दस देंदे ने किहड़े घराणे चों आ भाई, इन्हां दे संगीत का बैकग्राउंड की है, भी तुसीं फलाणे उस्ताद तो सीखे होए हो। ये लभ लैंदे ने, बोल के नहीं अगले ने दस्सिया कि मेरा उस्ताद कौन है, पर उहदे पक्ष चों, उहदी बनतर चों उहदे उस्ताद की कला नज़र आउंदी है। इस तरह जीवन में भी बहुत कुछ ऐसा नज़र आता है, पर इन्ना कुछ इकट्ठा करके भी असीं अपनी गल कर लीए, साडे जीवन चों की गुरु नानक नज़र आउंदे ने।
ਚਲੋ ਅਸੀਂ ਦੁਨੀਆ ਦੀ ਵਿਆਖਿਆਵਾਂ ਛੱਡ ਦਈਏ ਕਿ ਸਾਡੇ ਵਿੱਚੋਂ ਗੁਰੂ ਨਾਨਕ ਦੀ ਝਲਕ ਨਜ਼ਰ ਆਉਂਦੀ ਹੈ। ਪਰ ਮਜ਼ਾ ਤਾਂ ਤਦ ਹੀ ਹੈ ਨਾ ਸਿੱਖੀ ਦਾ, ਜੇ ਸਾਡੇ ਜੀਵਨ ਨੂੰ ਤੱਕ ਕੇ ਅਗਲੇ ਨੂੰ ਸਾਡੇ ਗੁਰੂ ਦਾ ਚੇਤਾ ਆ ਜਾਏ। ਅਸਾਂ ਐਸੇ ਦੇਖੇ ਨੇ ਦਰਸ਼ਨ, ਜਦੋਂ ਅਕਬਰ ਦੀ ਕਚਹਿਰੀ ਵਿੱਚ ਲਾਹੌਰ ਵਿਖੇ ਰਾਮਦਾਸ ਮਹਾਰਾਜ ਜੀ, ਜੇ ਗੁਰੂ ਰਾਮਦਾਸ ਨਹੀਂ ਗਏ, ਆਮ ਲੋਕ ਜੇਠਾ ਹੀ ਕਹਿੰਦੇ ਸਨ, ਭਾਈ ਜੇਠਾ ਜੀ ਨੇ ਗੱਲਬਾਤ ਆਰੰਭ ਕੀਤੀ ਹੈ ਸਿੱਖੀ ਦੀ, ਜਿਹਨੂੰ ਕੀ ਵਕਾਲਤ। ਕਿਸੇ ਵਕਤ ਐਸਾ ਬਣਿਆ ਵੀ ਗੁਰੂ ਨਾਨਕ ਦੇ ਘਰ ਦੀ ਵਕਾਲਤ ਕਰਨ ਵਾਸਤੇ ਰਾਮਦਾਸ ਜੀ ਗਏ ਨੇ। ਅੱਜ ਤੇ ਵਕਾਲਤਾਂ ਨੂੰ ਪਤਾ ਨਹੀਂ ਕਿੰਨੇ ਕੁ ਵਿਦਿਆਵਾਂ ਪੜ੍ਹਨੀਆਂ ਪੈਂਦੀਆਂ ਨੇ, ਕਈ ਸਾਲੋਂ ਸਾਲ ਦੀ ਮਿਹਨਤ ਤੋਂ ਬਾਅਦ ਕਿਤੇ ਵਕੀਲ ਬਣਦਾ ਹੈ। ਯਾਦ ਰੱਖਣਾ, ਅਧਿਆਤਮ ਦਾ ਵਕੀਲ ਬਣਨ ਵਾਸਤੇ ਕਿਸੇ ਹੋਰ ਪੱਧਰ ਦੀ ਜ਼ਰੂਰਤ ਹੈ। ਦੁਨੀਆ ਦਾ ਵਕੀਲ ਬਣਨ ਵਾਸਤੇ ਐਜੂਕੇਸ਼ਨ ਦਾ ਕੋਈ ਪੱਧਰ ਪ੍ਰਾਪਤ ਕਰਨਾ ਪੈਂਦਾ ਹੈ, ਪਰ ਅਧਿਆਤਮ ਦਾ ਵਕੀਲ ਬਣਨ ਵਾਸਤੇ ਪਵਿੱਤਰਤਾ ਦਾ ਪੱਧਰ ਹਾਸਲ ਕਰਨਾ ਪੈਂਦਾ ਹੈ। ਰਾਮਦਾਸ ਜੀ ਨੂੰ ਪਵਿੱਤਰਤਾ ਦਾ ਪੱਧਰ ਹਾਸਲ ਹੋ ਗਿਆ। ਦੁਨਿਆਵੀ ਤੌਰ 'ਤੇ ਅਸੀਂ ਅਜੇ ਤੱਕ ਸੁਣਿਆ ਹੈ, ਆਪਨੇ ਬਹੁਤ ਸਰ ਪੜ੍ਹਿਆ ਹੋਣਾ ਕਿ ਰਾਮਦਾਸ ਗੁਰੂ ਮਹਾਰਾਜ ਜੀ ਦੀ ਕੋਈ ਐਸੀ ਸਾਡੇ ਕੋਲ ਸਾਖੀ ਇਤਿਹਾਸ ਵਰਕਾ ਨਜ਼ਰ ਨਹੀਂ ਆਇਆ ਜਿੱਥੇ ਕਿਹਾ ਹੋਵੇ ਕਿ ਰਾਮਦਾਸ ਜੀ ਕਿਹੜੇ ਸਕੂਲ 'ਚ ਪੜ੍ਹਨੇ ਗਏ, ਇਹਨਾਂ ਦੇ ਮਾਪਿਆਂ ਨੇ ਕਿਸੇ ਮਦਰਸੇ ਵਿੱਚ, ਕਿਸੇ ਵਿਦਿਆਲੇ 'ਚ ਪੜ੍ਹਨੇ ਪਾਇਆ। ਐਸਾ ਵਕਤ ਹੀ ਨਹੀਂ, ਕਿਉਂਕਿ ਜੋ ਪੜ੍ਹਨ ਦੀ ਵਕਤ ਸੀ ਉਸ ਵਕਤ ਤਾਂ ਮਾਪੇ ਚਲਾਣਾ ਕਰ ਗਏ ਸਨ, ਅਤੇ ਨਾਨੀ ਦੁੱਧ ਲੈ ਕੇ ਆਪਣੇ ਨਗਰ ਆ ਗਈ, ਅਤੇ ਉਦੋਂ ਤੁਸੀਂ ਘੁੰਗਣੀਆਂ ਵੇਚਦੇ ਦਿਖਦੇ ਆ, ਜਿਹੜਾ ਬਾਲਕਾਂ ਦੇ ਪੜ੍ਹਨ ਦਾ ਵਕਤ ਹੁੰਦਾ ਹੈ। ਪਰ ਫਿਰ ਵੀ ਜਦੋਂ ਪਵਿੱਤਰਤਾ ਦਾ ਮੁਕਾਮ ਹਾਸਲ ਹੋਇਆ, ਸਤਿ ਮੁਕਾਮ ਹਾਸਲ ਹੋਇਆ ਅਤੇ ਲਾਹੌਰ ਦਰਬਾਰ ਜਾਣ ਦੀ ਗੱਲ ਹੋਈ, ਹਾਲਾਂਕਿ ਉਦੋਂ ਬੇਣੀ ਵਰਗੇ ਵਿਦਵਾਨ ਪੰਡਤ ਗੁਰੂ ਕੀ ਸਿੱਖੀ ਵਿੱਚ ਮੌਜੂਦ ਸੀਗੇ। ਇਹ ਨਹੀਂ ਕਿ ਪੜ੍ਹੇ ਲਿਖੇ ਬੰਦੇ ਨਹੀਂ ਸੀ, ਭਾਈ ਸਵਣਮਲ ਵਰਗੇ ਵਿਦਵਾਨ ਵਿਅਕਤੀ ਸੀਗੇ, ਭਾਈ ਗੁਰਦਾਸ ਵਰਗੇ ਵਿਦਵਾਨ ਵਿਅਕਤੀ ਉਹਨਾਂ ਦਿਨਾਂ 'ਚ ਮੌਜੂਦ ਸੀਗੇ। ਪੰਡਤ ਬੇਣੀ ਜੋ ਅੱਗੇ ਜਾ ਕੇ ਸਿੱਖ ਬੇਣੀ ਬਣਦੇ ਨੇ, ਇਹਨਾਂ ਦੇ ਵਰਗੇ ਸ਼ਾਸਤਰਕ ਗਿਆਨੀ ਮੌਜੂਦ ਸੀਗੇ। ਪਰ ਫਿਰ ਵੀ ਮਹਾਰਾਜ ਨੇ ਕਿਸੇ ਵਿਅਕਤੀ ਨੂੰ ਚੁਣਿਆ ਜਿਹਦੇ ਬਾਰੇ ਅੱਖਰ ਵਿਦਿਆ ਦਾ ਸਾਨੂੰ ਪਤਾ ਹੀ ਨਹੀਂ। ਉਹਨਾਂ ਕੋਲ ਪਵਿੱਤਰਤਾ ਦਾ ਮੁਕਾਮ ਸਭ ਤੋਂ ਜ਼ਿਆਦਾ ਸੀ, ਜਦ ਕਿ ਉਦੋਂ ਭਾਈ ਪਾਰੋ ਜੀ ਵਰਗੇ ਜਿਹਨੂੰ ਪਰਮਹੰਸ ਦਾ ਖਿਤਾਬ ਵੀ ਗੁਰੂ ਸਾਹਿਬ ਨੇ ਦਿੱਤਾ, ਉਹ ਵੀ ਮੌਜੂਦ ਨੇ। ਪਰ ਫਿਰ ਵੀ ਮਹਾਰਾਜ ਨੇ ਚੁਣਿਆ ਰਾਮਦਾਸ ਨੂੰ, ਅਤੇ ਰਾਮਦਾਸ ਜੀ ਨੇ ਅਕਬਰ ਦੇ ਦਰਬਾਰ ਜਦੋਂ ਜਾ ਕੇ ਸਾਹਮਣੇ ਖਲੋਤੇ ਵਿਅਕਤੀਆਂ ਦੇ ਜਵਾਬ ਦਿੱਤੇ ਨੇ, ਗੱਲਾਂ ਬਾਤਾਂ ਕੀਤੀਆਂ ਨੇ, ਅਤੇ ਅਕਬਰ ਪੁੱਛਿਆ ਇਹ ਕੌਣ ਹੈ। ਗੁਰੂ ਮਹਾਰਾਜ ਦੀ ਬਾਬਤ ਵਿਆਖਿਆਵਾਂ ਹੋਣ ਤੋਂ ਬਾਅਦ, ਗੁਰੂ ਨਾਨਕ ਦੀ ਸਿੱਖੀ ਦੀ ਗੱਲ ਕਰਨ ਤੋਂ ਬਾਅਦ ਵਿੱਚ ਜਦੋਂ ਮਾਹੌਲ ਟਿਕਵਾਂ ਹੋਇਆ, ਦਰਬਾਰ ਦੀ ਕਾਰਵਾਈ ਸੰਪੂਰਨ ਹੁੰਦੀ ਹੈ, ਅਤੇ ਅਕਬਰ ਪੁੱਛਦਾ ਹੈ ਇਹ ਬੰਦਾ ਕੌਣ ਹੈ। ਬੜਾ ਪੜ੍ਹਿਆ ਲਿਖਿਆ ਜਪਦਾ ਹੈ, ਬੜਾ ਸੂਝਵਾਨ ਹੈ ਕਿ ਇਹੀ ਤੇ ਨਹੀਂ ਨਾਨਕ ਗੱਦੀ ਦਾ ਵਾਰਸ ਜੋ ਇਸ ਵਕਤ ਗੁਰੂ ਜੀ ਦੇ ਬਾਬਤ ਖਿਲਾਫ ਗੱਲਾਂ, ਕਿਉਂਕਿ ਕਾਨੂੰਨ ਦੱਸਿਆ ਜਾ ਰਿਹਾ ਵੀ ਨਹੀਂ ਨਾਨਕ ਦਾ ਇਹ ਜਾਨਸ਼ੀਨਾਂ 'ਚੋਂ ਨੇ। ਅਤੇ ਜਿਹੜੇ ਉਹਨਾਂ ਦੇ ਅਹਿਲਕਾਰ ਸਿੰਘ ਕਹਿਣ ਲੱਗੇ ਨਹੀਂ, ਇਹਨਾਂ ਦੇ ਗੁਰੂ ਤੇ ਆਏ ਨਹੀਂ, ਉਹ ਤੇ ਬਜ਼ੁਰਗ ਨੇ, ਇਹ ਤੇ ਉਹਨਾਂ ਦਾ ਇੱਕ ਸਿੱਖ ਹੈ। ਅਤੇ ਅਕਬਰ ਕਹਿਣ ਲੱਗਾ ਸਿੱਖ ਐਸਾ ਹੈ ਤੇ ਗੁਰੂ ਕੈਸਾ ਹੋਏਗਾ। ਫਿਰ ਅਕਬਰ ਨੇ ਰਾਮਦਾਸ ਜੀ ਨੂੰ ਕਿਹਾ ਕਿ ਮੈਂ ਤੁਹਾਡੇ ਗੁਰੂ ਨੂੰ ਮਿਲਣਾ ਚਾਹੁੰਦਾ। ਸਾਡੇ 'ਚੋਂ ਕੀ ਸਾਡੇ ਗੁਰੂ ਦੀ ਕੋਈ ਝਲਕ ਨਜ਼ਰ ਆਉਂਦੀ, ਕਿ ਸਾਡੇ ਜੀਵਨ ਦੇ ਕਿਰਦਾਰ ਨੂੰ ਦੇਖ ਕੇ ਕੋਈ ਕਹੇਗਾ ਮੈਂ ਤੇਰੇ ਗੁਰੂ ਨੂੰ ਮਿਲਣਾ। ਗੁਰਦੇਵ ਕਿਰਪਾ ਕਰਨ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਬਸ ਬੇਨਤੀ ਮੈਂ ਮੂਰਖ ਕਿਸ਼ਤੀ ਜਿਹੇ ਸੱਚੇ ਪਾਤਸ਼ਾਹ, ਇਹਨਾਂ ਗੁਣਾਂ 'ਚੋਂ ਜੋ ਤੇਰੇ ਘਰ 'ਤੇ ਬੇਅੰਤ ਭੰਡਾਰ ਭਰੇ ਪਏ ਨੇ, ਮੈਨੂੰ ਵੀ ਕੁਛ ਦੇ ਦਿਓ। ਇਹ ਗਿਣਤੀ ਨਹੀਂ ਕਿ ਮੈਨੂੰ ਕਿਹੜਾ ਦਿਓ, ਕੀ ਦਿਓ, ਪਤਾ ਨਹੀਂ ਤੁਸਾਂ ਕੀ ਦੇਣਾ। ਕਿਸੇ ਸਾਡੇ ਜਿੰਨੇ ਜੀ ਬੈਠੇ ਕਿਹਦੀ ਚੁਲਚ ਕਿਹੜਾ ਗੁਣ ਕਰਤੇ ਨੇ ਪੜ੍ਹਨਾ, ਗੁਰੂ ਨੇ ਪੜ੍ਹਨਾ, ਅਤੇ ਗੁਰੂ ਦੀ ਦਾਤਾਂ ਗੁਰੂ ਜਾਣੇ। ਕੁਛ ਤੇ ਦੇ ਮਹਾਰਾਜ, ਖਾਲੀ ਨਾ ਤੋਰ ਦੇਵੇ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਬੇਨਤੀ ਹੈ ਹੇ ਮੇਰੇ ਸਾਹਿਬ, ਡੁੱਬਦਾ ਪੱਥਰ ਲੀਜੇ। ਮੈਂ ਵਿਕਾਰਾਂ ਦੇ ਸਾਗਰ 'ਚ ਕਿਤੇ ਡੁੱਬ ਨਾ ਜਾਵਾਂ, ਪੱਥਰ ਦੀ ਨਹੀਂ ਭਾਰਾ ਹਾਂ, ਡੁੱਬ ਨਾ ਜਾਵਾਂ। ਲੀਜੈ ਬਾਂਹ ਪਕੜ ਲੈਣਾ, ਬਚਾ ਲੈਣਾ, ਬਖਸ਼ ਲਓ। ਗੁਰਦੇਵ ਕਿਰਪਾ ਕਰਨ, ਸਾਨੂੰ ਬਖਸ਼ ਲੈਣ, ਬਚਾ ਲੈਣ। ਇਤਨੇ ਕੋ ਬਚਨ ਪ੍ਰਵਾਨ ਕਰਨਾ, ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ